ਅੱਜ ਮਨੁੱਖੀ ਹੱਕਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਹੈ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲਾਵਾਰਿਸ ਲਾਸ਼ਾਂ ਨੂੰ ਨਾਮ ਦਿੱਤਾ ਸੀ ਤੇ ਉਸ ਦਰਦਨਾਕ ਸੱਚ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਪਰ 25-26 ਸਾਲ ਪਹਿਲਾਂ ਅਜਿਹੇ ਲਾਪਤਾ ਹੋਏ ਕਿ ਅੱਜ ਤੱਕ ਨਹੀਂ ਮਿਲੇ। ਪਰਿਵਾਰ ਨੇ ਉਹਨਾਂ ਨੂੰ ਸ਼ਹੀਦ ਐਲਾਨ ਦਿੱਤਾ ਹੈ। ਕਰਨਾਲ ਦੇ ਵਿੱਚ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਣਗੇ। ਮਾਹੌਲ ਅੱਜ ਕੀ ਬਣਿਆ ਹੋਇਆ, ਸਰਕਾਰ ਨੇ ਕਿਹੜੀਆਂ ਰੋਕਾਂ ਲਾ ਦਿੱਤੀਆਂ ਨੇ, ਦੱਸਾਂਗੇ। ਪੰਜਾਬ ਦੇ ਵਿੱਚ 2000 ਦੇ ਕਰੀਬ ਬੱਸਾਂ ਦਾ ਚੱਕਾ ਜਾਮ ਹੋ ਗਿਆ। सूबे के सारे पुल जाम करन ते कैप्टन की रिहाइश घेरन की भी चेतावनी दे दी गई है। यूपी के मुख्यमंत्री योगी नूं खून चूसन वाला राक्षस कहण वाले साबका गवर्नर नूं की सज़ा दी गई है। अफगानिस्तान दे विच हाले तक भी तालिबान सरकार बनाउण दा ऐलान नहीं कर सकिया। की सस्पेंस है, सारियां खबरां दसांगे। सत श्री अकाल जी, एमरजेंसी बुलेटिन देखने वाले सारे दर्शकों का स्वागत है। मैं हरशरण कौर। ਅੱਜ ਦੇ ਬੁਲੇਟਿਨ ਦੇ ਵਿੱਚ ਪਹਿਲਾਂ ਸ਼ੁੱਕਰਵਾਰ ਦੀ ਲੋਕ ਰਾਏ ਦਾ ਨਤੀਜਾ ਤੁਹਾਨੂੰ ਦੱਸ ਦਿੰਦੇ ਹਾਂ। ਸ਼ੁੱਕਰਵਾਰ ਦੀ ਲੋਕ ਰਾਏ ਸੀ ਕਿ ਮੋਗੇ ਵਾਲੀ ਘਟਨਾ ਤੋਂ ਬਾਅਦ 32 ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਵੀ ਸਿਆਸੀ ਲੀਡਰ ਦੀ ਰੈਲੀ ਵਿੱਚ ਨਾ ਜਾਣ ਦੀ ਅਪੀਲ ਕੀਤੀ ਹੈ। ਮਾਹੌਲ ਖਰਾਬ ਹੋਣ ਤੋਂ ਬਚਾਉਣ ਲਈ ਕੀ ਤੁਸੀਂ ਕਿਸਾਨ ਲੀਡਰਾਂ ਦੀ ਇਸ ਅਪੀਲ ਦੇ ਨਾਲ ਸਹਿਮਤ ਹੋ? 97% ਦਰਸ਼ਕਾਂ ਨੇ ਸਹਿਮਤੀ ਜਤਾਈ ਹੈ, ਜਦਕਿ 3% ਦਰਸ਼ਕ ਅਸਹਿਮਤ ਵੀ ਨੇ। ਅੱਜ ਦੀ ਲੋਕ ਰਾਏ ਹੈ ਕਿ ਸਾਡਾ ਸੀਐਮ ਭਗਵੰਤ ਮਾਨ ਸ਼ਿੰਦੋ ਮਿੰਦੋ ਸਾਨੂੰ ਨਹੀਂ ਮਨਜ਼ੂਰ, ਸਾਨੂੰ ਸੀਐਮ ਭਗਵੰਤ ਮਾਨ ਮਨਜ਼ੂਰ। ਇਹਦਾ ਰੌਲਾ ਕਾਫੀ ਵੱਧ ਚੁੱਕਿਆ ਹੈ। ਵਰਕਰ ਤਖਤੀਆਂ ਲੈ ਕੇ ਚੰਡੀਗੜ੍ਹ ਤੱਕ ਪਹੁੰਚ ਗਏ ਨੇ। ਹਾਈ ਕਮਾਨ ਤੇ ਦਬਾਅ ਬਣਾ ਰਹੇ ਨੇ ਕਿ ਭਗਵੰਤ ਮਾਨ ਨੂੰ ਸੀਐਮ ਉਮੀਦਵਾਰ ਐਲਾਨਿਆ ਜਾਵੇ। ਕੀ ਤੁਸੀਂ ਭਗਵੰਤ ਮਾਨ ਦੇ ਮੁੱਖ ਮੰਤਰੀ ਚਿਹਰੇ ਦੇ ਨਾਲ ਸਹਿਮਤ ਹੋ? सहमत हो यस ਜਾਂ ਹਾਂ ਲਿਖਿਓ, ਸਹਿਮਤ ਨਹੀਂ ਹੋ ਨੋ ਜਾਂ ਨਾ ਲਿਖਿਓ, ਜਾਂ ਫਿਰ ਆਪਣੀ ਰਾਏ ਜ਼ਰੂਰ ਦਿਓ। ਖਬਰਾਂ ਵਿਸਤਾਰ ਦੇ ਨਾਲ ਪਹਿਲਾਂ ਗੱਲ ਪੰਜਾਬ ਦੀ ਕਰਾਂਗੇ। 7 ਸਤੰਬਰ ਨੂੰ ਜੁਗ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਉਸ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਜਿਹੜਾ ਵੱਖ-ਵੱਖ ਥਾਵਾਂ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜੇ ਨੇ ਨਗਰ ਕੀਰਤਨ ਸਜਾਏ ਗਏ ਨੇ, ਚਾਹੇ ਗੁਰੂ ਕੀ ਨਗਰੀ ਅੰਮ੍ਰਿਤਸਰ ਹੋਵੇ ਜਾਂ ਫਿਰ ਹੋਰ ਵੱਖ-ਵੱਖ ਥਾਵਾਂ ਹੋਣ। ਬੰਗਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ, ਜਿੱਥੇ ਪਿੰਡ ਜਿੰਦੂਵਾਲ ਦੇ ਵਿੱਚ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਪਾਤਸ਼ਾਹੀ 6ਵੀਂ ਇਤਿਹਾਸਿਕ ਗੁਰਦੁਆਰਾ ਹੈ। ਉੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਹੈ ਜਿਹੜਾ ਉਹ ਸਜਾਇਆ ਗਿਆ। ਨਗਰ ਕੀਰਤਨ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਸੀਂ ਦੇਖ ਸਕਦੇ ਹੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਪਵਿੱਤਰ ਪਾਲਕੀ ਹੈ, ਨਗਾਰਾ, ਉਸ ਤੋਂ ਬਾਅਦ ਜਿਹੜੀ ਸੰਗਤ ਹੈ ਉਸ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ। ਤੇ ਅਸੀਂ ਸਾਰੀ ਸੰਗਤ ਹੈ ਜਿਹੜੀ, ਸਾਰੇ ਦਰਸ਼ਕ ਨੇ, ਉਹਨਾਂ ਨੂੰ ਵਧਾਈ ਦਿੰਦੇ ਹਾਂ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀ। किसान अंदोलन के नाल जुड़ी हुई अहम खबर है। सुप्रीम कोर्ट ने किसान अंदोलन करके बंद पे ਸਿੰਘੂ बॉर्डर नूं खोलण दी मंग करदी सोनीपत दे लोकां दी पटीशन ते सुनवाई करन नूं ना कर दित्ती है। सिखरली अदालत ने पटीशनरां नूं हाई कोर्ट दा रुख करन दे लई कह दित्ता है, यानी कि सुप्रीम कोर्ट ने कहा है कि हेठली अदालत दे कोल जाओ। जस्टिस DY चंद्रचूड़, विक्रमनाथ ते हिमा कोहली दी शमूलीयत वाले बेंच ने कहा कि पटीशनरां नूं हाई कोर्ट ते सूबे दी जिहड़ी अदालत है जां सूबे दा प्रशासन है उत्थे पहुंच करन दी पूरी खुल है। बेंच ने पटीशन वापस लैण लई कह दिता है। पंजाब ते हरियाणा हाई कोर्ट जाण दी खुल दे दित्ती है। सो ਸਿੰਘੂ बार्डर है जिहड़ा वो किसान लगातार कहते हैं कि असी बार्डर नूं नहीं ब्लॉक किया है दिल्ली दी पुलिस ने, दिल्ली दी सरकार ने, केंद्र दी सरकार ने। इसदा दिल्ली दे अंदर जाना चाहुंदे सी पर साडे राह रोक दित्ते गए, सानूं उत्थे बैठण लई मजबूर होना पिया, इसे करके ਸਿੰਘੂ बार्डर बंद है। सुप्रीम कोर्ट ने एक होर अहम सुनवाई
ਕਰਦਿਆਂ ਕਿਹਾ ਹੈ ਕਿ ਮੈਡੀਕਲ ਅਤੇ ਡੈਂਟਲ ਕਾਲਜਾਂ ਦੇ ਵਿੱਚ ਦਾਖਲਿਆਂ ਦੇ ਲਈ ਹੋਣ ਵਾਲੀ ਜਿਹੜੀ ਨੀਟ ਪ੍ਰੀਖਿਆ ਹੈ ਉਸ ਨੂੰ ਮੁਲਤਵੀ ਨਹੀਂ ਕੀਤਾ ਜਾਏਗਾ। ਨੀਟ ਪ੍ਰੀਖਿਆ 12 ਸਤੰਬਰ ਨੂੰ ਹੀ ਹੋਵੇਗੀ, ਇਸ ਨੂੰ ਮੁਲਤਵੀ ਨਹੀਂ ਕੀਤਾ ਜਾਏਗਾ। ਸੁਮੇਧ ਸੈਣੀ ਦੇ ਨਾਲ ਜੁੜੀ ਹੋਈ ਅਹਿਮ ਖਬਰ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪਹਿਲਾਂ ਦਿੱਤੀ ਅਗਾਊਂ ਜ਼ਮਾਨਤ ਦੇ ਮਾਮਲੇ ਵਿੱਚ ਨੋਟਿਸ ਜਾਰੀ ਕਰਦਿਆਂ 7 ਅਕਤੂਬਰ ਤੱਕ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਰਾਹੀਂ ਦਾਇਰ ਕੀਤੀ ਪਟੀਸ਼ਨ ਦੇ ਵਿੱਚ ਸੁਮੇਧ ਸੈਣੀ ਨੂੰ ਦਿੱਤੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਸੀ। ਸਰਕਾਰ ਨੇ ਆਪਣੀ ਪਟੀਸ਼ਨ ਦੇ ਵਿੱਚ ਸਾਬਕਾ ਡੀਜੀਪੀ ਤੇ ਅਦਾਲਤ ਦੇ ਹੁਕਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਨਾ ਕਰਨ ਦੇ ਦੋਸ਼ ਲਾਏ ਨੇ। ਵਿਜੀਲੈਂਸ ਬਿਊਰੋ ਦੇ ਵੱਲੋਂ ਸੁਮੇਧ ਸੈਣੀ ਦੇ ਖਿਲਾਫ ਆਮਦਨ ਵਸੀਲਿਆਂ ਤੋਂ ਵੱਧ ਸੰਪत्ति ਬਣਾਉਣ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੂੰ ਅਮੀਰ ਬਣਾਉਣ ਅਤੇ ਦੋਵਾਂ ਦੇ ਖਾਤਿਆਂ ਵਿੱਚ ਕਰੋੜਾਂ ਰੁਪਏ ਦੇ ਲੈਣ ਦੇਣ ਦੀ ਗੱਲ ਹੈ ਜਿਹੜੀ ਉਹ ਕਹੀ ਗਈ ਹੈ। ਸੋ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕਰਕੇ 7 ਅਕਤੂਬਰ ਤੱਕ ਅਦਾਲਤ ਨੇ ਜਵਾਬ ਮੰਗਿਆ ਹੈ। ਹੁਣ ਬਹੁਤ ਹੀ ਵੱਡੀ ਤੇ ਅਹਿਮ ਖਬਰ ਦੀ ਜਾਣਕਾਰੀ ਤੁਹਾਨੂੰ ਦਿੰਨੇ ਹਾਂ। ਕਰਨਾਲ ਦੇ ਵਿੱਚ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਬੈਠਕ ਹੋਈ ਸੋਮਵਾਰ ਨੂੰ, ਪਰ ਬੇਨਤੀਜਾ ਰਹੀ ਹੈ। ਇਹ ਜਿਹੜੀ ਬੈਠਕ ਹੈ ਕਰਨਾਲ ਦੇ ਵਿੱਚ ਮਹਾ ਪੰਚਾਇਤ ਨੂੰ ਰੋਕਣ ਵਾਸਤੇ ਕੀਤੀ ਗਈ ਸੀ, ਪਰ ਇਸ ਬੈਠਕ ਦੇ ਵਿੱਚ ਨਾ ਕਿਸਾਨ ਮੰਨੇ ਨਾ ਪ੍ਰਸ਼ਾਸਨ ਨੇ ਕਿਸਾਨਾਂ ਦੀ ਗੱਲ ਮੰਨੀ। ਦਰਅਸਲ ਕਰਨਾਲ ਲਾਠੀਚਾਰਜ ਤੁਹਾਨੂੰ ਯਾਦ ਹੋਣਾ, ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਤੇ ਭਾਰੀ ਲਾਠੀਚਾਰਜ ਹੋਇਆ ਸੀ, ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ। ਉਸ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀ ਕਿ 6 ਸਤੰਬਰ ਤੱਕ ਸਾਰੇ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਨੇ ਜਿਹੜੇ ਉਹ ਰੱਦ ਕਰੋ। ਜਿਹੜੇ ਐਸਡੀਐਮ ਨੇ ਭਾਰੀ ਲਾਠੀਚਾਰਜ ਦੇ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦਿੱਤੇ ਸੀ ਉਸ ਨੂੰ ਬਰਖਾਸਤ ਕਰੋ ਅਤੇ ਉਸ ਦੇ ਖਿਲਾਫ ਪਰਚਾ ਦਰਜ ਕਰੋ, ਪਰ ਹਰਿਆਣਾ ਪ੍ਰਸ਼ਾਸਨ ਨੇ ਅਜਿਹਾ ਕੁਝ ਨਹੀਂ ਕੀਤਾ। ਤਾਂ ਫਿਰ ਕਿਸਾਨਾਂ ਨੇ 7 ਸਤੰਬਰ ਨੂੰ ਕਰਨਾਲ ਦੇ ਵਿੱਚ ਸਿਵਲ ਸਕੱਤਰੇਤ ਨੂੰ ਘੇਰਾ ਪਾਉਣ ਦਾ ਐਲਾਨ ਕੀਤਾ ਸੀ ਤੇ 7 ਸਤੰਬਰ ਮੰਗਲਵਾਰ ਨੂੰ ਹੈ। ਮੰਗਲਵਾਰ ਤੋਂ ਪਹਿਲਾਂ ਹੀ ਉੱਥੇ ਪ੍ਰਸ਼ਾਸਨ ਦੇ ਵਿੱਚ ਪੂਰੀ ਜਿਹੜੀ ਹਫੜਾ ਦਫੜੀ ਮਚੀ ਹੋਈ ਹੈ। ਜ਼ਿਲ੍ਹੇ ਦੇ ਵਿੱਚ ਦਫਾ 144 ਲਾਗੂ ਕਰ ਦਿੱਤੀ ਗਈ ਹੈ। ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਹੈ ਜ਼ਿਲ੍ਹਾ ਪੁਲਿਸ ਮੁਖੀ ਗੰਗਾ ਰਾਮ ਪੂਨੀਆ ਦੇ ਹੁਕਮਾਂ ਦੇ ਉੱਤੇ ਜ਼ਿਲ੍ਹੇ ਦੇ ਵਿੱਚ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਦਰੁਸਤ ਰੱਖਣ ਦੇ ਲਈ ਦਫਾ ਜਿਹੜੀ 144 ਲਾਈ ਗਈ ਹੈ ਤੇ ਦਫਾ 144 ਦਾ ਮਤਲਬ ਹੁੰਦਾ ਹੈ ਕਿ 5 ਜਾਂ 5 ਤੋਂ ਵੱਧ ਲੋਕ ਇੱਕ ਥਾਂ ਤੇ ਇਕੱਠੇ ਨਹੀਂ ਹੋ ਸਕਦੇ। ਤੇ ਇੱਕ ਸਭ ਤੋਂ ਵੱਡਾ ਜਿਹੜਾ ਫਰਮਾਨ ਚਾੜਿਆ ਗਿਆ ਹੈ ਉਹ ਸੋਮਵਾਰ ਦੁਪਹਿਰੇ 12:30 ਵਜੇ ਤੋਂ ਲੈ ਕੇ ਮੰਗਲਵਾਰ ਰਾਤ 11:59 ਤੱਕ ਯਾਨੀ ਕਿ 12 ਵਜੇ ਤੱਕ ਹੀ ਇੰਟਰਨੈਟ ਸੇਵਾਵਾਂ ਬੰਦ ਰਹਿਣਗੀਆਂ। ਇਹ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ। ਸੋ ਇੰਟਰਨੈਟ ਸੇਵਾ ਹੈਗੀ ਹੈ ਜਿਹੜੀ ਉਹ ਸਿਰਫ ਕਰਨਾਲ ਜ਼ਿਲ੍ਹੇ ਦੇ ਵਿੱਚ ਹੀ ਬੰਦ ਰਹੇਗੀ। ਦਫਾ 144 ਵੀ ਕਰਨਾਲ ਜ਼ਿਲ੍ਹੇ ਦੇ ਵਿੱਚ ਹੀ ਲਾਗੂ ਕੀਤੀ ਗਈ ਹੈ। ਹੁਕਮਾਂ ਮੁਤਾਬਿਕ ਗੰਡਾਸੀ, ਕੁਹਾੜੀ, ਕਹੀ, ਫਾਲਾ ਤੇ ਲਾਠੀ ਵਰਗੇ ਹਥਿਆਰਾਂ ਨੂੰ ਨਾਲ ਲੈ ਕੇ ਚੱਲਣ ਤੇ ਵੀ ਪ੍ਰਸ਼ਾਸਨ ਨੇ ਪਾਬੰਦੀ ਲਾ ਦਿੱਤੀ ਹੈ। ਮੰਗਲਵਾਰ ਤੱਕ ਇਹ ਸਾਰੇ ਜਿਹੜੇ ਹੁਕਮ ਨੇ ਉਹ ਲਾਗੂ ਰਹਿਣਗੇ। ਇਹਨਾਂ ਨੂੰ ਲਾਗੂ ਕਰਵਾਉਣਾ ਕਰਨਾਲ, ਅਸੰਧ, ਇੰਦਰੀ, ਘਰੌਂਡਾ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਏਗੀ। ਜੇਕਰ ਕੋਈ ਇਹਨਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਕੇਸ ਦਰਜ ਕੀਤਾ ਜਾਏਗਾ। ਇਹ ਹੁਕਮ ਨੇ ਜਿਹੜੇ ਸੋਮਵਾਰ ਤੋਂ ਲਾਗੂ ਕੀਤੇ ਗਏ ਨੇ। ਸੋ ਸੋਮਵਾਰ ਨੂੰ ਇਸ ਦਰਮਿਆਨ ਪ੍ਰਸ਼ਾਸਨ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਬੈਠਕ ਹੋਈ ਸੀ ਉਹ ਬੇਨਤੀਜਾ ਰਹੀ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਅਤੇ ਹੋਰ ਜਿਹੜੇ ਨੁਮਾਇੰਦੇ ਨੇ ਕਿਸਾਨਾਂ ਦੇ ਉਹ ਸ਼ਾਮਿਲ ਸੀਗੇ। ਉਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ। ਮੰਗਲਵਾਰ ਸਵੇਰੇ 10 ਵਜੇ ਵੱਧ ਤੋਂ ਵੱਧ ਜਿਹੜੇ ਸਾਥੀ ਹੈਗੇ ਨੇ ਕਰਨਾਲ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਪਹੁੰਚੋ, ਜਿੱਥੇ ਸਕੱਤਰੇਤ ਦਾ ਘਿਰਾਓ ਅਸੀਂ ਕਰਾਂਗੇ। ਸੋ ਪੂਰੀ ਜਿਹੜੀ ਇਸ ਗੱਲ ਦੀ ਆਸ ਜਤਾਈ ਜਾ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਕਰਨਾਲ ਪਹੁੰਚਣਗੇ। ਸਿਰਫ ਕਰਨਾਲ ਦੇ ਹੀ ਨਹੀਂ, ਕਿਸਾਨ ਹਰਿਆਣਾ ਤੋਂ ਇਲਾਵਾ ਪੰਜਾਬ ਦੇ ਕਿਸਾਨ ਵੀ ਇੱਥੇ ਪਹੁੰਚ ਸਕਦੇ ਨੇ। ਇਸ ਕਰਕੇ ਪ੍ਰਸ਼ਾਸਨ ਨੂੰ ਭਾਜੜਾਂ ਨੇ ਜਿਹੜੀਆਂ ਉਹ ਪਈਆਂ ਹੋਈਆਂ ਨੇ। ਡੀਸੀ ਦਫ਼ਤਰ ਦਾ ਘਿਰਾਓ ਕਰਨ ਬਾਰੇ ਵੀ ਗੁਰਨਾਮ ਸਿੰਘ ਚੜੂਨੀ ਨੇ ਬਿਆਨ ਦਿੱਤਾ ਹੈ। कल का हमारा जो आंदोलन है वो हम जरूर करेंगे, सेक्रेटेरिएट का घेराव जरूर करेंगे, इकट्ठे जरूर होंगे। करनाल और उसके आसपास के लोग हैं वो ट्रैक्टर ट्रालियों में आएँ और जहाँ जो भाई मतलब इकट्ठे होकर जत्थों में आएँ और जहाँ भी आप नाका तोड़ सकते हो वो नाके तोड़ने हैं। लेकिन ध्यान रखना है कि आंदोलन में किसी तरह का उपद्रव ना हो। पुलिस जो करती है करे, अगर आपने कोई उपद्रव किया तो आप बदनाम हो जाएंगे
अगर पुलिस ने लाठियां मारी तो सरकार बदनाम हो जाएगी। इस बात का ध्यान रखना है। इसे दरमियान ट्रैफिक रूट ਦੇ ਵਿੱਚ ਵੀ ਬਦਲਾਅ ਕਰ ਦਿੱਤਾ ਗਿਆ। ਕਰਨਾਲ ਦਾ ਜਿਹੜਾ ਟ੍ਰੈਫਿਕ रूट है, ਸੜਕਾਂ ਦਾ रूट है, ਉਸ ਨੂੰ ਡਾਇਵਰਟ ਕਰ ਦਿੱਤਾ ਗਿਆ। ਕਰਨਾਲ ਪੁਲਿਸ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਦਿੱਲੀ ਤੋਂ ਹਰਿਆਣਾ ਆਉਣ ਵਾਲੇ ਵਾਹਨਾਂ ਨੂੰ ਪੈਪਸੀ ਪੁਲ, ਪਾਣੀਪਤ ਤੋਂ ਮੂਣਕ, ਸੰਦ, ਗਗਸੀਨਾ ਰਾਹੀਂ ਕਰਨਾਲ ਦੇ ਹਾਂਸੀ ਚੌਂਕ ਬਾਈਪਾਸ ਨਹਿਰ ਤੋਂ ਹੁੰਦੇ ਹੋਏ ਜੀਟੀ ਰੋਡ 44 ਰਾਹੀਂ ਚੰਡੀਗੜ੍ਹ ਵੱਲ ਮੋੜ ਦਿੱਤਾ ਜਾਏਗਾ। ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਪਿਪਲੀ ਚੌਂਕ, ਕੁਰੂਕਸ਼ੇਤਰ ਤੋਂ ਇੰਦਰੀ, ਬਿਆਨਾ, ਕੁੰਜਪੁਰਾ ਤੋਂ ਹੁੰਦੇ ਹੋਏ ਅੰਮ੍ਰਿਤਸਰ, ਖੁਰਦ, ਕਹਿਰਵਾਲੀ ਅਤੇ ਘਰੌਂਡਾ ਦੇ ਜੀਟੀ ਰੋਡ ਰਾਹੀਂ ਦਿੱਲੀ ਵੱਲ ਰਵਾਨਾ ਕੀਤਾ ਜਾਏਗਾ। ਯਾਨੀ ਕਿ ਚੰਡੀਗੜ੍ਹ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਦਾ ਜਿਹੜਾ ਰੂਟ ਹੈ ਉਸ ਨੂੰ ਰੀਰੂਟ ਕੀਤਾ ਗਿਆ ਹੈ, ਰੂਟ ਬਦਲੇ ਗਏ ਨੇ। ਸੋ ਕਰਨਾਲ ਦੇ ਵਿੱਚ ਹਾਲਾਤ ਨੇ ਜਿਹੜੇ ਤਣਾਅਪੂਰਨ ਬਣੇ ਹੋਏ ਨੇ। ਕਿਸਾਨਾਂ ਦੇ ਅਲਟੀਮੇਟਮ ਦਾ ਕੋਈ ਅਸਰ ਸਰਕਾਰ ਤੇ ਨਹੀਂ ਹੋਇਆ, ਪ੍ਰਸ਼ਾਸਨ ਤੇ ਨਹੀਂ ਹੋਇਆ। ਪ੍ਰਸ਼ਾਸਨ ਨੇ ਕਾਫੀ ਸਾਰੀਆਂ ਰੋਕਾਂ ਲਾ ਦਿੱਤੀਆਂ ਨੇ। ਕਿਸਾਨ ਮੰਗਲਵਾਰ ਨੂੰ ਵੱਡੀ ਗਿਣਤੀ ਵਿੱਚ ਪਹੁੰਚਣਗੇ। ਇਸ ਦਰਮਿਆਨ ਟਕਰਾਅ ਵਧਣ ਦੀ ਜਿਹੜੀ ਸੰਭਾਵਨਾ ਉਹ ਜਤਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਾਫੀ ਕਾਲਾ ਹੋਇਆ ਪਿਆ ਹੈ। ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ ਅਤੇ ਕਿਸਾਨ ਜਥੇਬੰਦੀਆਂ ਨੂੰ ਚਿੱਠੀ ਲਿਖਣ ਬਾਰੇ ਦੱਸਿਆ ਹੈ। ਕਿਹਾ ਕਿ ਅਸੀਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਨੂੰ ਤਰੀਕ ਦੱਸਣ, ਥਾਂ ਦੱਸ ਦੇਣ। ਅਸੀਂ ਉੱਥੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਪਹੁੰਚ ਜਾਵਾਂਗੇ। ਅਸੀਂ ਜਿਹੜਾ ਹੈਗਾ ਕਿਸਾਨਾਂ ਅਤੇ ਅਕਾਲੀ ਦਲ ਦੇ ਵਿਚਾਲੇ ਜੋ ਟਕਰਾਅ ਵਾਲੇ ਹਾਲਾਤ ਬਣ ਰਹੇ ਨੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂ ਤੇ ਅਸੀਂ ਬਿਲਕੁਲ ਨਹੀਂ ਚਾਹੁੰਦੇ, ਅਕਾਲੀ ਦਲ ਬਿਲਕੁਲ ਨਹੀਂ ਚਾਹੁੰਦਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਾਕਤ ਦੇ ਵੱਲੋਂ ਅਜਿਹਾ ਮਾਹੌਲ ਖਰਾਬ ਕਰ ਦਿੱਤਾ ਜਾਏ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਨੌਬਤ ਆ ਜਾਏ। ਅਸੀਂ ਅਜਿਹਾ ਬਿਲਕੁਲ ਨਹੀਂ ਹੋਣ ਦਿਆਂਗੇ। ਅਸੀਂ ਆਪਣੇ ਪ੍ਰੋਗਰਾਮ ਵੀ ਇੱਕ ਹਫ਼ਤਾ ਅੱਗੇ ਪਾ ਦਿੱਤੇ ਨੇ। ਅਸੀਂ ਕਿਸਾਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਜਿਹੜਾ ਉਹ ਨਹੀਂ ਚਾਹੁੰਦੇ। ਅਸੀਂ ਸਾਰਾ ਕੁਝ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ। ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਇੱਕ ਹੋਰ ਦੁਖਦਾਈ ਖਬਰ ਤੁਹਾਨੂੰ ਦੱਸ ਦਿੰਨੇ ਆ। ਕਿਸਾਨ ਅੰਦੋਲਨ ਦੌਰਾਨ ਖਾਸ ਕਰਕੇ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਗੁਆਚਿਆ ਨੌਜਵਾਨ ਆਖਿਰਕਾਰ 7 ਮਹੀਨਿਆਂ ਬਾਅਦ ਆਪਣੇ ਘਰ ਪਹੁੰਚ ਗਿਆ ਤੇ ਪਹੁੰਚਿਆ ਕਿਸ ਹਾਲਤ ਵਿੱਚ ਹੈ ਉਸ ਨੂੰ ਸੁਣ ਕੇ ਤੁਹਾਡਾ ਵੀ ਦਿਲ ਦੁਖੀ ਜ਼ਰੂਰ ਹੋਏਗਾ। ਹਰਿਆਣਾ ਦੇ ਪਿੰਡ ਕੰਡਾਲਾ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਨੂੰ ਇੱਕ ਸੰਸਥਾ ਨੇ ਹੁਣ ਉਹਦੇ ਘਰ ਤੱਕ ਪਹੁੰਚਾਇਆ। 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਇਹ ਨੌਜਵਾਨ ਗੁਆਚ ਗਿਆ ਸੀ। ਗੈਰ ਸਰਕਾਰੀ ਆਸ਼ਰਮ ਅਧਿਕਾਰ ਅਭਿਆਨ ਸੰਸਥਾ ਦੇ ਸਾਜਨ ਲਾਲ ਨੇ ਦੱਸਿਆ ਕਿ ਨੌਜਵਾਨ ਵਿਜੇਂਦਰ ਉਹਨਾਂ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਕੋਲ ਫਲਾਈਓਵਰ ਹੇਠੋਂ ਬਿਨਾਂ ਕੱਪੜਿਆਂ ਤੋਂ ਅਸੀਂ ਲੱਭਿਆ ਹੈ। ਉਸਦੇ ਪੈਰਾਂ ਦੇ ਵਿੱਚ ਸੋਜ ਆਈ ਹੋਈ ਸੀ, ਸਰੀਰ ਤੇ ਸੱਟਾਂ ਦੇ ਕਾਫੀ ਨਿਸ਼ਾਨ ਸਨ, ਮਾਨਸਿਕ ਹਾਲਤ ਠੀਕ ਨਹੀਂ ਸੀ। ਸੰਸਥਾ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਇਲਾਜ ਚੱਲਿਆ ਤੇ ਫਿਰ ਕੁਝ ਦਿਨ ਪਹਿਲਾਂ ਹੀ ਉਸ ਨੌਜਵਾਨ ਨੇ ਆਪਣੇ ਘਰ ਦਾ ਪਤਾ ਦੱਸਿਆ ਹੈ, ਜਿਸ ਤੋਂ ਬਾਅਦ ਸੰਸਥਾ ਉਸਦੇ ਘਰ ਛੱਡ ਕੇ ਆਈ ਹੈ। ਪਤਾ ਲੱਗਿਆ ਕਿ ਨੌਜਵਾਨ 26 ਜਨਵਰੀ ਨੂੰ ਗੁਆਚਿਆ ਸੀ। ਪਰਿਵਾਰ ਦੇ ਲਈ ਇਹ ਜ਼ਰੂਰ ਰਾਹਤ ਵਾਲੀ ਗੱਲ ਹੈ ਕਿ ਉਹਨਾਂ ਦਾ ਪੁੱਤ ਹੈ ਜਿਹੜਾ ਉਹ ਘਰੇ ਵਾਪਸ ਆ ਗਿਆ ਤੇ 26 ਜਨਵਰੀ ਤੋਂ ਗੁਆਚੇ ਇਸ ਨੌਜਵਾਨ ਨੂੰ ਲੱਭਣ ਦੇ ਲਈ ਪਿੰਡ ਵਾਸੀ ਹਰ ਕੋਸ਼ਿਸ਼ ਕਰ ਰਹੇ ਸੀ ਪਰ ਉਹ ਨਹੀਂ ਮਿਲ ਰਿਹਾ ਸੀ। ਤੇ ਕਿਉਂਕਿ ਅਜਿਹਾ ਤਾਂ ਐਕਸਪੈਕਟ ਹੀ ਨਹੀਂ ਕੀਤਾ ਜਾ ਸਕਦਾ ਕਿ ਪਰੇਡ ਵਿੱਚ ਸ਼ਾਮਲ ਹੋਇਆ ਨੌਜਵਾਨ ਜੇ ਉਰੇ ਪਰੇ ਹੋ ਗਿਆ ਤਾਂ ਉਹ ਇਸ ਹਾਲਤ ਦੇ ਵਿੱਚ ਬਿਨਾਂ ਕੱਪੜਿਆਂ ਤੋਂ ਪੁਲ ਦੇ ਥੱਲੇ ਬੈਠਾ ਮਿਲੇਗਾ। ਪੰਜਾਬ ਭਰ ਦੇ ਵਿੱਚ ਪਨਬਸ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਦੇ ਵੱਲੋਂ ਯਾਨੀ ਕਿ ਕੱਚੇ ਮੁਲਾਜ਼ਮਾਂ ਦੇ ਵੱਲੋਂ ਸੋਮਵਾਰ ਤੋਂ ਵੱਡੀ ਹੜਤਾਲ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਰੀਬ 2000 ਸਰਕਾਰੀ ਬੱਸਾਂ ਦੇ ਜਿਹੜਾ ਹੈਗਾ ਪ੍ਰਭਾਵਿਤ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਲੋਕਾਂ ਨੂੰ ਹਫ਼ਤੇ ਦਾ ਪਹਿਲਾ ਦਿਨ ਹੋਣ ਕਰਕੇ ਸਫ਼ਰ ਕਰਨ ਦੇ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਇਸ ਹੜਤਾਲ ਨਾਲ ਨਜਿੱਠਣ ਦੇ ਲਈ ਪਨਬਸ ਤੇ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਆਪਣੇ ਪੱਕੇ ਮੁਲਾਜ਼ਮਾਂ ਦੇ ਰਾਹੀਂ ਕੁਝ ਰੂਟਾਂ ਤੇ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਉਪਰਾਲਾ ਜ਼ਰੂਰ ਕੀਤਾ ਹੈ ਪਰ ਜ਼ਿਆਦਾਤਰ ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਕਾਫੀ ਤਕਲੀਫ ਦਾ ਸਾਹਮਣਾ ਕਰਨਾ ਪਿਆ ਤੇ ਇਸ ਦਰਮਿਆਨ ਬੀਬੀਆਂ ਨੂੰ ਕਾਫੀ ਤਕਲੀਫ ਹੈ ਜਿਹੜੀ ਉਹ ਚੱਲਣੀ ਪਈ ਹੋਏਗੀ ਕਿਉਂਕਿ ਪੰਜਾਬ ਸਰਕਾਰ ਨੇ ਔਰਤਾਂ ਦੇ ਲਈ ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਹੈ ਜਿਹੜਾ ਉਹਦੀ ਸਹੂਲਤ ਦਿੱਤੀ ਹੋਈ ਹੈ ਤੇ ਜਦੋਂ ਤੋਂ ਮੁਫਤ ਸਫ਼ਰ ਸ਼ੁਰੂ ਕੀਤਾ ਹੈ ਕੈਪਟਨ ਸਰਕਾਰ ਨੇ ਉਦੋਂ ਤੋਂ ਲੈ ਕੇ ਬੀਬੀਆਂ ਨੇ ਜਿਹੜੀਆਂ ਉਹ ਪ੍ਰਾਈਵੇਟ ਬੱਸਾਂ ਦੇ ਵਿੱਚ ਚੜਨ ਦਾ ਨਾਮ ਹੀ ਨਹੀਂ ਲੈਂਦੀਆਂ, ਸਰਕਾਰੀ ਬੱਸਾਂ ਦੇ ਵਿੱਚ ਹੀ ਚੜ੍ਹਦੀਆਂ ਨੇ ਤੇ ਸਰਕਾਰੀ ਬੱਸਾਂ ਨੱਕਾ ਨੱਕ ਭਰੀਆਂ ਹੁੰਦੀਆਂ ਨੇ। ਸੋ ਹੁਣ ਜਿਹੜਾ ਇਸ ਹੜਤਾਲ ਦਾ ਲਾਹਾ ਪ੍ਰਾਈਵੇਟ ਬੱਸਾਂ ਵਾਲੇ ਜ਼ਰੂਰ ਲੈਣ ਲੱਗੇ ਨੇ ਕਿਉਂਕਿ ਜੇ ਕਿਸੇ ਨੇ ਜ਼ਰੂਰੀ ਕੰਮ ਜਾਣਾ ਹੈ ਤਾਂ ਹੁਣ ਬੀਬੀਆਂ ਨੂੰ ਵੀ ਕਿਰਾਇਆ ਦੇ ਕੇ ਪ੍ਰਾਈਵੇਟ ਬੱਸਾਂ ਦੇ ਵਿੱਚ ਚੜ੍ਹਨਾ ਪਊਗਾ। ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦਾ ਸ਼ਿਕਵਾ ਹੈ ਕਿ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਿਛਲੇ ਲੰਬੇ ਸਮੇਂ ਤੋਂ ਹੱਲ ਨਹੀਂ ਕੀਤਾ ਜਾ ਰਿਹਾ। ਵਾਰੀ-ਵਾਰੀ ਮੀਟਿੰਗਾਂ, ਧਰਨੇ, ਹੜਤਾਲਾਂ ਸਾਨੂੰ ਕਰਨੇ ਪੈ ਰਹੇ ਨੇ ਪਰ ਨਾ ਪੰਜਾਬ ਦੇ ਮੁੱਖ ਮੰਤਰੀ ਸਾਡੇ ਵੱਲ ਧਿਆਨ ਦਿੰਦੇ ਨੇ ਨਾ ਹੀ ਟਰਾਂਸਪੋਰਟ ਵਿਭਾਗ ਦੇ ਵੱਲੋਂ ਕੋਈ ਵੀ ਜਿਹੜਾ ਹੈਗਾ ਜਵਾਬ ਆਉਂਦਾ, ਸਿਰਫ ਭਰੋਸਾ ਹੀ ਦਿੱਤਾ ਜਾਂਦਾ ਹੈ।
16 ਅਗਸਤ ਤੇ 26 ਅਗਸਤ ਦੇ ਵਿੱਚ ਵੀ ਜਿਹੜੀਆਂ ਜਦੋਂ ਕੈਬਨਿਟ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਹਾਲਾਂਕਿ ਭਰੋਸਾ ਇਹਨਾਂ ਨੇ ਦਿੱਤਾ ਸੀ ਕਿ ਇਹਨਾਂ ਬੈਠਕਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਹੱਲ ਕਰ ਦਿਆਂਗੇ, ਤੁਹਾਨੂੰ ਪੱਕੇ ਕਰਨ ਦਾ ਐਲਾਨ ਕਰ ਦਿਆਂਗੇ। ਇਸ ਕਰਕੇ ਹੁਣ ਅੱਕੇ ਮੁਲਾਜ਼ਮਾਂ ਨੇ ਹੜਤਾਲ ਤੇ ਜਾਣ ਦਾ ਜਿਹੜਾ ਫੈਸਲਾ ਲਿਆ ਹੈ। ਪੰਜਾਬ ਦੇ ਥਰਮਲ ਪਾਵਰ ਪਲਾਂਟਾਂ ਨੂੰ ਹੁਣ ਫੇਰ ਕੋਲੇ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤੇ ਪਲਾਂਟਾਂ ਦੇ ਕੋਲ ਸਿਰਫ ਕੁਝ ਦਿਨ ਜਾਂ ਫਿਰ ਇੱਕ ਹਫ਼ਤੇ ਤੱਕ ਦਾ ਹੀ ਬਾਲਣ ਜਿਹੜਾ ਬਚਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰਬੀ ਸੂਬਿਆਂ ਦੇ ਵਿੱਚ ਭਾਰੀ ਹੜ੍ਹਾਂ ਕਾਰਨ ਕੋਲੇ ਦਾ ਭੰਡਾਰ ਖਤਮ ਹੋ ਗਿਆ, ਜੋ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਕੋਲਾ ਸਪਲਾਈ ਕਰਦੇ ਸੀ। ਜੇਕਰ ਛੇਤੀ ਹੀ ਕੋਲੇ ਦੀ ਸਪਲਾਈ ਨਾ ਹੋਈ ਤਾਂ ਪੰਜਾਬ ਨੂੰ ਮੁੜ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਕਹਿੰਦੀ ਹੈ ਕਿ ਜੀਵੀਕੇ ਇੰਡਸਟਰੀਜ਼ ਦੇ ਵੱਲੋਂ ਚਲਾਇਆ ਜਾ ਰਿਹਾ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਪਲਾਂਟ ਸਭ ਤੋਂ ਖਤਰਨਾਕ ਹਾਲਾਤ ਦੇ ਵਿੱਚ ਹੈ, ਕਿਉਂਕਿ ਇੱਥੇ ਸਿਰਫ 3 ਦਿਨਾਂ ਦੇ ਲਈ ਹੀ ਬਾਲਣ ਦਾ ਭੰਡਾਰ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਦੇ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ 920 ਮੈਗਾਵਾਟ ਦੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਅਤੇ ਰੋਪੜ ਦੇ 840 ਮੈਗਾਵਾਟ ਦੇ ਪਲਾਂਟ ਵਿੱਚ ਸਿਰਫ 4 ਤੇ 8 ਦਿਨਾਂ ਦਾ ਸਟਾਕ ਬਾਕੀ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਵਿੱਚ ਵੇਦਾਂਤਾ ਦੇ 980 ਮੈਗਾਵਾਟ ਪਲਾਂਟ ਤੇ ਨਾਭਾ ਦੇ ਵਿੱਚ LNT ਵੱਲੋਂ ਚਲਾਏ ਜਾਂਦੇ 1400 ਮੈਗਾਵਾਟ ਪਾਵਰ ਪਲਾਂਟ ਦੇ ਹਾਲਾਤ ਵੀ ਬਿਹਤਰ ਨਹੀਂ ਹੈਗੇ, ਕਿਉਂਕਿ ਦੋਵਾਂ ਕੋਲੇ 9 ਅਤੇ 11 ਦਿਨਾਂ ਦਾ ਹੀ ਕੋਲਾ ਭੰਡਾਰ ਬਚਿਆ ਹੈ। ਯੂਕੇ ਤੋਂ ਬਾਅਦ ਹੁਣ ਇਟਲੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲਈ ਵੀ ਚੰਗੀ ਖੁਸ਼ੀ ਦੀ ਖਬਰ ਹੈ। 에ਅਰ ਇੰਡੀਆ ਦੇ ਵੱਲੋਂ ਅੰਮ੍ਰਿਤਸਰ ਅਤੇ ਯੂਰਪ ਦੇ ਤੀਸਰੇ ਹਵਾਈ ਅੱਡੇ ਦੇ ਨਾਲ ਹੁਣ ਸਿੱਧੀਆਂ ਉਡਾਣਾਂ ਨੇ ਜਿਹੜੀਆਂ ਉਹ ਸ਼ੁਰੂ ਕੀਤੀਆਂ ਜਾ ਰਹੀਆਂ ਨੇ। 에ਅਰ ਇੰਡੀਆ ਵੱਲੋਂ 8 ਸਤੰਬਰ ਤੋਂ ਵਿਸ਼ਵ ਦੇ ਇਤਿਹਾਸਿਕ ਸ਼ਹਿਰਾਂ ਅੰਮ੍ਰਿਤਸਰ ਅਤੇ ਰੋਮ ਦੇ ਵਿਚਾਲੇ ਹਰ ਹਫ਼ਤੇ ਇੱਕ ਸਿੱਧੀ ਉਡਾਣ ਮੁੜ ਸ਼ੁਰੂ ਕੀਤੀ ਜਾ ਰਹੀ ਹੈ। 에ਅਰ ਇੰਡੀਆ ਦੀ ਉਡਾਣ AI 123 ਹਰ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰੇ 3:55 ਤੇ ਉੱਡੇਗੀ ਤੇ ਉਸੇ ਦਿਨ ਸਥਾਨਕ ਸਮੇਂ ਮੁਤਾਬਿਕ ਰਾਤ ਨੂੰ 8:20 ਤੇ ਰੋਮ ਪਹੁੰਚ ਜਾਏਗੀ, ਯਾਨੀ ਕਿ ਇਟਲੀ ਦੇ ਰੋਮ ਪਹੁੰਚ ਜਾਏਗੀ। ਵਾਪਸੀ ਦੀ ਉਡਾਣ ਅਗਲੇ ਦਿਨ ਵੀਰਵਾਰ ਨੂੰ ਸ਼ਾਮ 7 ਵਜੇ ਰੋਮ ਤੋਂ ਰਵਾਨਾ ਹੋਏਗੀ ਤੇ ਸ਼ੁੱਕਰਵਾਰ ਸਵੇਰੇ 5:35 ਤੇ ਅੰਮ੍ਰਿਤਸਰ ਪਹੁੰਚ ਜਾਏਗੀ। ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਹ ਖਾਸ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ। ਪੰਜਾਬੀਆਂ ਲਈ ਇੱਕ ਵਾਰ ਫਿਰ ਚੰਗੀ ਖਬਰ, ਭਾਰਤ ਵਿੱਚ ਜਿਹੜੇ ਕੋਵਿਡ ਦੇ ਘੱਟ ਦੇ ਕੇਸਿਸ ਨੂੰ ਦੇਖਦੇ ਹੋਏ ਪਿਛਲੇ ਮਹੀਨੇ UK ਸਰਕਾਰ ਨੇ ਜਿਹੜੀਆਂ ਟਰੈਵਲ ਕਰਨ ਤੇ ਪਾਬੰਦੀਆਂ ਵਿੱਚ ਛੋਟ ਦਿੱਤੀ ਸੀ ਭਾਰਤ ਤੋਂ ਖਾਸ ਕਰਕੇ, ਤੇ ਨਾਲ ਦੀ ਨਾਲ ਉਡਾਨਾਂ ਵਿੱਚ ਵੀ। ਉਸ ਤੋਂ ਬਾਅਦ ਹੁਣ ਇਟਲੀ ਨੇ ਵੀ ਇਹ ਅਨਾਉਂਸ ਕੀਤਾ ਹੈ ਕਿ ਭਾਰਤ ਤੋਂ ਹੁਣ ਜਿਹੜੇ ਉਹਨਾਂ ਦੇ ਵਰਕ ਵੀਜ਼ੇ ਤੇ ਜਿਹੜੇ ਕਾਮੇ ਨੇ ਜਾਂ ਸਟੂਡੈਂਟ ਨੇ ਉਹ ਜਾਂ ਉਹਨਾਂ ਦਾ ਪਰਿਵਾਰ ਹੁਣ ਇਟਲੀ ਵਿੱਚ ਵਾਪਸ ਆ ਸਕਦਾ ਹੈ, ਜਿਸ ਨਾਲ ਜਿਹੜੀਆਂ ਸਿੱਧੀਆਂ ਉਡਾਨਾਂ ਤੇ ਪਾਬੰਦੀ ਵੀ ਸੀਗੀ ਜਿਹੜੇ ਨਹੀਂ ਸਨ ਜਾ ਰਹੀਆਂ, ਉਹ ਵੀ ਹੁਣ ਮੁੜ ਤੋਂ ਸ਼ੁਰੂ ਹੋ ਰਹੀਆਂ ਨੇ। ਬਹੁਤ ਹੀ ਹਜ਼ਾਰਾਂ ਲੋਕ ਜਿਹੜੇ ਖਾਸ ਕਰਕੇ ਪੰਜਾਬ ਤੋਂ ਜਿਹੜੇ ਇਟਲੀ ਰਹਿੰਦੇ ਸਨ ਉਹ ਇੱਥੇ ਪੰਜਾਬ ਫਸੇ ਸਨ, ਤੇ ਉਡਾਨਾਂ ਤੇ ਪਾਬੰਦੀ ਕਰਕੇ ਉਹਨਾਂ ਨੂੰ ਦੂਜੇ ਮੁਲਕਾਂ ਥਾਣੀ ਉਡਾਨਾਂ ਲੈ ਕੇ ਤੇ ਉੱਥੇ ਪਹਿਲਾਂ ਕੁਆਰੰਟੀਨ ਹੋ ਕੇ ਕੁਝ ਦਿਨ ਰਹਿ ਕੇ ਫਿਰ ਇਟਲੀ ਜਾਣਾ ਪੈ ਰਿਹਾ ਸੀ। ਪਰ ਉਹਨਾਂ ਲਈ ਹੁਣ ਇਹ ਚੰਗੀ ਖਬਰ ਹੈ ਕਿ ਉਹ ਹੁਣ ਫਿਰ ਤੋਂ ਵਾਪਸ ਆਪਣੇ ਮੁਲਕ ਜਿਹੜੇ ਨੇ ਸਿੱਧਾ ਇਟਲੀ ਵੱਲ ਨੂੰ ਜਾ ਸਕਣਗੇ। ਤੇ ਇਸੇ ਤਹਿਤ ਜਿਹੜਾ 에ਅਰ ਇੰਡੀਆ ਜਿਹੜੀ ਭਾਰਤ ਦੀ ਨੈਸ਼ਨਲ ਕੈਰੀਅਰ ਹੈ, ਉਸਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਫ਼ਤੇ ਵਿੱਚ ਇੱਕ ਦਿਨ ਅੰਮ੍ਰਿਤਸਰ ਰੋਮ ਜਿਹੜੀ ਉਡਾਨ ਸੀ ਸ਼ੁਰੂ ਕੀਤੀ ਸੀ, ਉਹ ਹੁਣ ਫਿਰ ਤੋਂ 8 ਸਤੰਬਰ ਦਿਨ ਬੁੱਧਵਾਰ ਤੋਂ ਫਿਰ ਤੋਂ ਸ਼ੁਰੂ ਹੋ ਰਹੀ ਹੈ। ਇਹ ਉਡਾਨ ਜਿਹੜੀ ਹੈ ਦੁਪਹਿਰ ਨੂੰ ਤਕਰੀਬਨ 3:30 ਵਜੇ ਅੰਮ੍ਰਿਤਸਰੋਂ ਜਾਂਦੀ ਹੈ। ਪਹਿਲਾਂ ਉਡਾਨ ਦਿੱਲੀ ਅੰਮ੍ਰਿਤਸਰ ਆਉਂਦੀ ਹੈ, ਫਿਰ ਇਹ ਸਿੱਧਾ ਅੰਮ੍ਰਿਤਸਰ ਤੋਂ ਰੋਮ ਜਾ ਕੇ ਅਗਲੇ ਦਿਨ ਫਿਰ ਵੀਰਵਾਰ ਵਾਲੇ ਦਿਨ ਇਟਲੀ ਦੇ ਰੋਮ ਤੋਂ, ਜਿਸ ਨੂੰ ਵੈਟੀਕਨ ਸਿਟੀ ਵੀ ਕਹਿੰਦੇ ਨੇ, ਉੱਥੋਂ ਫਿਰ ਉਡਾਨ ਭਰ ਕੇ ਅਗਲੇ ਦਿਨ ਸਵੇਰੇ 5:30 ਅੰਮ੍ਰਿਤਸਰ ਪਹੁੰਚਦੀ ਹੈ। ਸੋ ਇਹ ਇੱਕ ਬਹੁਤ ਹੀ ਰਿਲੀਫ ਹੈ ਜਿਹੜੇ ਕਿ ਸਿੱਧਾ ਹੁਣ ਤੁਸੀਂ ਪੰਜਾਬ ਤੋਂ ਅੰਮ੍ਰਿਤਸਰ ਤੋਂ ਵਾਪਸ ਆਪਣੇ ਘਰ ਕਾਫੀ ਲੋਕ ਜਾਂ ਖਾਸ ਕਰਕੇ ਸਟੂਡੈਂਟਸ ਵੀ ਜਿਹੜੇ ਨੇ ਉਹ ਵਾਪਸ ਹੁਣ ਇਟਲੀ ਜਾ ਸਕਣਗੇ। ਗੁਰੂ ਕੀ ਨਗਰੀ ਅੰਮ੍ਰਿਤਸਰ ਪੰਜਾਬ ਫਿਰ ਤੋਂ ਹੁਣ ਯੂਰਪ ਦੀਆਂ 3 ਡੈਸਟੀਨੇਸ਼ਨਸ ਜਦੋਂ ਉਡਾਨਾਂ ਸਸਪੈਂਡ ਹੋਈਆਂ ਸਨ, ਅੰਮ੍ਰਿਤਸਰ, ਲੰਡਨ, ਬਰਮਿੰਗਮ ਤੇ ਰੋਮ ਦੇ ਨਾਲ ਜੁੜਿਆ ਸੀ, ਪਰ ਹੁਣ ਫਿਰ ਤੋਂ ਪਿਛਲੇ ਮਹੀਨੇ ਅੰਮ੍ਰਿਤਸਰ ਤੋਂ ਸਿੱਧੀ ਲੰਡਨ ਹੀਥਰੋ ਦੀ ਉਡਾਨ ਤੇ ਹੁਣ 3 ਸਤੰਬਰ ਤੋਂ ਜਿਹੜੀ ਅੰਮ੍ਰਿਤਸਰ ਬਰਮਿੰਗਮ ਦੀ ਉਡਾਨ ਤੇ ਹੁਣ ਅੰਮ੍ਰਿਤਸਰ ਤੋਂ ਰੋਮ ਦੀ ਉਡਾਨ ਨਾਲ 에ਅਰ ਇੰਡੀਆ ਨੇ ਅੰਮ੍ਰਿਤਸਰ ਨੂੰ
3 ਯੂਰਪੀਅਨ ਡੈਸਟੀਨੇਸ਼ਨਸ ਨਾਲ ਫਿਰ ਤੋਂ ਜੋੜ ਦਿੱਤਾ ਹੈ। ਭਾਰਤ ਦੇ ਸਭ ਤੋਂ ਵੱਡੇ ਜੱਜ ਯਾਨੀ ਕਿ ਚੀਫ ਜਸਟਿਸ ਆਫ ਇੰਡੀਆ ਨੇ ਮੋਦੀ ਸਰਕਾਰ ਨੂੰ ਕਾਫੀ ਤੱਤੀਆਂ ਸੁਣਾਈਆਂ ਨੇ। ਇਲਜ਼ਾਮ ਲਾਇਆ ਹੈ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਲੈ ਕੇ ਸਰਕਾਰ ਦੇ ਅੰਦਰ ਕੋਈ ਵੀ ਸਤਿਕਾਰ ਨਹੀਂ ਬਚਿਆ। ਟ੍ਰਿਬਿਊਨਲ ਰਿਫਾਰਮਸ ਐਕਟ ਜੋ ਵੱਖ-ਵੱਖ ਟ੍ਰਿਬਿਊਨਲਾਂ ਦੇ ਚੇਅਰਮੈਨਾਂ ਤੇ ਮੈਂਬਰਾਂ ਦੇ ਕਾਰਜਕਾਲ ਦੀ ਮਿਆਦ ਨੂੰ ਘਟਾਉਂਦਾ ਹੈ, ਉਸ ਨੂੰ ਕਾਨੂੰਨ ਦੀ ਸ਼ਕਲ ਦੇਣ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਕਿਹਾ ਕਿ ਸਾਡੇ ਫੈਸਲਿਆਂ ਦਾ ਸਰਕਾਰ ਦੇ ਵੱਲੋਂ ਸਤਿਕਾਰ ਨਹੀਂ ਕੀਤਾ ਜਾ ਰਿਹਾ। ਭਾਰਤ ਦੇ ਚੀਫ ਜਸਟਿਸ NV ਰਾਮੰਨਾ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਨੇ ਹਾਲ ਹੀ ਵਿੱਚ ਅਮਲ ਵਿੱਚ ਲਿਆਂਦੇ ਟ੍ਰਿਬਿਊਨਲਸ ਰਿਫਾਰਮਸ ਐਕਟ, ਜਿਸ ਵਿਚਲੀਆਂ ਵਿਵਸਥਾਵਾਂ ਸਿਖਰਲੀ ਅਦਾਲਤ ਵੱਲੋਂ ਖਾਰਜ ਕੀਤੇ ਕਾਨੂੰਨ ਨਾਲ ਮਿਲਦੀਆਂ ਜੁਲਦੀਆਂ ਨੇ, ਉਸ ਬਾਰੇ ਟਿੱਪਣੀ ਕਰਦਿਆਂ ਕਿਹਾ ਗਿਆ ਕਿ ਲੱਗਦਾ ਹੈ ਮੋਦੀ ਸਰਕਾਰ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਨਿਰਾਦਰ ਕਰਨ ਤੇ ਤੁਲੀ ਹੋਈ ਹੈ। ਬੈਂਚ ਨੇ ਟਿੱਪਣੀਆਂ ਕਾਂਗਰਸ ਲੀਡਰ ਜੈਰਾਮ ਰਮੇਸ਼ ਵੱਲੋਂ ਟ੍ਰਿਬਿਊਨਲ ਰਿਫਾਰਮਸ ਐਕਟ 2021 ਨੂੰ ਚੁਣੌਤੀ ਦੇਣ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਦਿੱਤੀਆਂ। ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਅਗਲੇ ਸੋਮਵਾਰ ਤੇ ਪਾ ਦਿੱਤੀ ਹੈ ਤੇ ਕਿਹਾ ਕਿ ਸਾਫ਼ ਹੈ ਤੁਸੀਂ ਕੋਰਟ ਵੱਲੋਂ ਦਿੱਤੇ ਫੈਸਲਿਆਂ ਦਾ ਸਤਿਕਾਰ ਨਹੀਂ ਕਰਨਾ ਚਾਹੁੰਦੇ। ਨਾਲ ਹੀ ਇਹ ਵੀ ਕਿਹਾ ਕਿ ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ ਤੇ ਅਸੀਂ ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਦੇ ਢੰਗ ਤਰੀਕੇ ਤੋਂ ਖੁਸ਼ ਹਾਂ। ਮੈਂਬਰਾਂ ਜਾਂ ਚੇਅਰਪਰਸਨਾਂ ਦੀ ਅਣਹੋਂਦ ਦੇ ਵਿੱਚ ਟ੍ਰਿਬਿਊਨਲਾਂ ਖਤਮ ਹੋ ਰਹੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਬਗਾਵਤ ਦੇ ਸੁਰ ਨੇ ਜਿਹੜੇ ਉਹ ਉੱਠ ਰਹੇ ਨੇ। ਸਾਡਾ ਸੀਐਮ ਭਗਵੰਤ ਮਾਨ ਸ਼ਿੰਦੋ ਮਿੰਦੋ ਸਾਨੂੰ ਨਹੀਂ ਮਨਜ਼ੂਰ, ਸਾਨੂੰ ਸੀਐਮ ਭਗਵੰਤ ਮਾਨ ਮਨਜ਼ੂਰ ਦਾ ਰੌਲਾ ਕਾਫੀ ਵੱਧ ਚੁੱਕਿਆ ਹੈ। ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਸਮਰਥਕ ਨੇ ਜਿਹੜੇ ਉਹਨਾਂ ਨੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ। ਇਹ ਸਮਰਥਕ ਉਹੀ ਨੇ ਜਿਹੜੇ ਪੈਦਲ ਯਾਤਰਾ ਕਰਕੇ ਲੁਧਿਆਣੇ ਤੋਂ ਚੰਡੀਗੜ੍ਹ ਪਹੁੰਚੇ। 4 ਸਤੰਬਰ ਨੂੰ ਪੈਦਲ ਯਾਤਰਾ ਸ਼ੁਰੂ ਹੋਈ ਸੀ ਤੇ 6 ਸਤੰਬਰ ਨੂੰ ਚੰਡੀਗੜ੍ਹ ਪਹੁੰਚ ਕੇ ਇਹਨਾਂ ਨੇ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ। ਭਗਵੰਤ ਮਾਨ ਨੂੰ ਚਿਹਰਾ ਸੀਐਮ ਦਾ ਐਲਾਨਣ ਦੀ ਮੰਗ ਕੀਤੀ ਜਾ ਰਹੀ ਹੈ। ਭਗਵੰਤ ਮਾਨ ਦੇ ਸਮਰਥਕ ਜਿਹੜੇ ਆਪ ਵਰਕਰ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਪਾਰਟੀ ਪ੍ਰਧਾਨ ਦਫ਼ਤਰ ਇੰਚਾਰਜ ਮਲਕੀਤ ਸਿੰਘ ਨੇ ਪਾਰਟੀ ਹਾਈਕਮਾਂਡ ਦੇ ਨਾਲ ਮੀਟਿੰਗ ਤੈਅ ਕਰਨ ਲਈ 2 ਦਿਨਾਂ ਦਾ ਸਮਾਂ ਦਿੱਤਾ ਹੈ। ਅਸੀਂ ਵੀ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ 2 ਦਿਨਾਂ ਦੇ ਵਿੱਚ ਜਾਂ ਫਿਰ ਛੇਤੀ ਹੀ ਪੰਜਾਬ ਦੇ ਸੀਐਮ ਦਾ ਚਿਹਰਾ ਜਿਹੜਾ ਉਹ ਐਲਾਨਿਆ ਜਾਵੇ ਤੇ ਉਹ ਭਗਵੰਤ ਮਾਨ ਹੀ ਹੋਣਾ ਚਾਹੀਦਾ। ਅਸੀਂ ਚਾਹੁੰਦੇ ਹਾਂ ਭਗਵੰਤ ਮਾਨ ਦੀ ਮਿਹਨਤ ਰੰਗ ਲਿਆਵੇ, ਸਾਨੂੰ ਹੋਰ ਕੋਈ ਮੁੱਖ ਮੰਤਰੀ ਨਹੀਂ ਚਾਹੀਦਾ, ਸਾਨੂੰ ਸਿਰਫ ਭਗਵੰਤ ਮਾਨ ਹੀ ਚਾਹੀਦਾ। ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਸਾਡਾ ਸੀਐਮ ਚਿਹਰਾ ਭਗਵੰਤ ਮਾਨ ਹੋਣਾ ਚਾਹੀਦਾ। ਤੇ ਵਰਕਰਾਂ ਨੇ ਆਪਣੇ ਹੱਥਾਂ ਵਿੱਚ ਫੜੇ ਜਿਹੜੇ ਪੋਸਟਰਾਂ ਤੇ ਲਿਖਿਆ ਸੀ ਸਾਡਾ ਸੀਐਮ ਭਗਵੰਤ ਮਾਨ ਸ਼ਿੰਦੋ ਮਿੰਦੋ ਸਾਨੂੰ ਨਹੀਂ ਮਨਜ਼ੂਰ, ਸਾਨੂੰ ਸੀਐਮ ਭਗਵੰਤ ਮਾਨ ਮਨਜ਼ੂਰ। ਹੁਣ ਸ਼ਿੰਦੋ ਮਿੰਦੋ ਕਿਹਨੂੰ ਕਿਹਾ ਜਾ ਰਿਹਾ ਹੈ ਇਸ ਬਾਰੇ ਤਾਂ ਵਰਕਰ ਹੀ ਜਾਣਦੇ ਨੇ। ਸੋ ਇਹ ਜਿਹੜੀ ਇਸ ਮਸਲੇ ਦੇ ਬਾਰੇ ਜਿਹੜੇ ਭਗਵੰਤ ਮਾਨ ਹੈਗੇ ਨੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈਗੇ ਨੇ, ਉਹਨਾਂ ਦੇ ਘਰ ਸੰਗਰੂਰ ਦੇ ਵਿੱਚ ਲਗਾਤਾਰ ਵਰਕਰਾਂ ਦੀਆਂ ਬੈਠਕਾਂ ਚੱਲ ਰਹੀਆਂ ਨੇ ਜੋ ਕਿ ਪਾਰਟੀ ਦੇ ਵਿੱਚ ਬਗਾਵਤ ਦਾ ਸੰਕੇਤ ਨੇ। ਹਾਲਾਂਕਿ ਸੀਐਮ ਚਿਹਰੇ ਤੇ ਬਿਆਨ ਦਿੰਦਿਆਂ ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ BM ਫॉर CM ਯਾਨੀ ਕਿ ਭਗਵੰਤ ਮਾਨ ਫॉर ਚੀਫ ਮਿਨਿਸਟਰ ਆਫ ਪੰਜਾਬ। ਕਹਿੰਦੇ ਲੋਕਾਂ ਦੀ ਮੰਗ ਹੈ, ਉਹਨਾਂ ਦਾ ਹੱਕ ਹੈ, ਮੈਂ ਚਿਹਰੇ ਦੀ ਮੰਗ ਨਹੀਂ ਕਰ ਰਿਹਾ, ਵਰਕਰ ਮੰਗ ਕਰ ਰਹੇ ਨੇ। ਚੰਡੀਗੜ੍ਹ ਦੇ ਵਿੱਚ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਕੋਠੀ ਦਾ ਘਿਰਾਓ ਕੀਤਾ, ਦੂਸਰੇ ਪਾਸੇ ਹਰਪਾਲ ਸਿੰਘ ਚੀਮਾ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਨਜ਼ਰ ਆਏ। ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਵੱਡੇ ਦਾਅਵੇ ਕੀਤੇ ਨੇ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਗੁਆਂਢੀ ਸੂਬਿਆਂ ਦੇ ਨਾਲੋਂ ਕਈ ਗੁਣਾ ਵੱਧ ਬਿਜਲੀ ਟੈਕਸ ਵਸੂਲ ਰਿਹਾ ਹੈ। ਦੂਸਰਾ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬੇਕਾਬੂ ਹੋ ਗਈ ਹੈ। ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਲੋਕਾਂ ਵਿੱਚ ਡਰ ਦਾ ਮਾਹੌਲ ਹੈ, ਕਾਰੋਬਾਰੀ ਤੇ ਸੈਲੈਬ੍ਰਿਟੀਜ਼ ਦੇ ਨਾਲ ਆਮ ਲੋਕ ਵੀ ਸੁਰੱਖਿਅਤ ਨਹੀਂ ਹੈਗੇ। ਚੀਮਾ ਨੇ ਅੰਕੜਿਆਂ ਦੇ ਨਾਲ ਹਵਾਲਾ ਦਿੱਤਾ ਹੈ, ਕਿਹਾ ਕਿ ਕਾਂਗਰਸ ਸਰਕਾਰ ਦੇ ਪਿਛਲੇ 4 ਸਾਲ 3 ਮਹੀਨਿਆਂ ਦੇ ਵਿੱਚ 7138 ਲੋਕਾਂ ਨੂੰ ਅਗਵਾ ਕੀਤਾ ਗਿਆ ਹੈ ਤੇ ਉਹਨਾਂ ਨੂੰ ਸੁਰੱਖਿਅਤ ਛੱਡਣ ਦੇ ਲਈ ਫਿਰੌਤੀ ਮੰਗੀ ਗਈ। ਇਹ ਸਭ ਮਾਮਲੇ ਸਰਕਾਰੀ ਰਿਕਾਰਡ ਦੇ ਵਿੱਚ ਦਰਜ ਨੇ, ਪਰ ਆਫਤ ਵਿੱਚ ਜਾਨ ਬਚਾਉਣ ਲਈ ਜਿਨ੍ਹਾਂ ਪੀੜਤਾਂ ਨੇ ਪੁਲਿਸ ਥਾਣਿਆਂ ਤੱਕ ਪਹੁੰਚ ਹੀ ਨਹੀਂ ਕੀਤੀ ਉਹਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ। ਇਹ ਸਿਰਫ ਰਿਕਾਰਡਡ ਮਾਮਲੇ ਨੇ। ਸੋ ਬਹੁਤ ਵੱਡੀ ਗਿਣਤੀ ਹੈ ਜੋ ਚੀਮਾ ਨੇ ਖੁਲਾਸਾ ਕੀਤਾ ਹੈ। 4 ਸਾਲ 3 ਮਹੀਨਿਆਂ ਦੇ ਵਿੱਚ 7138 ਲੋਕ ਪੰਜਾਬ ਦੇ ਵਿੱਚੋਂ ਅਗਵਾ ਕਰ ਲਏ ਗਏ। ਉਹਨਾਂ ਨੇ ਕਿਹਾ ਕਿ ਇੱਕ ਜ਼ਮਾਨੇ ਦੇ ਵਿੱਚ ਬਿਹਾਰ ਤੇ ਯੂਪੀ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਹੁੰਦੀਆਂ ਸੀ, ਪਰ ਹੁਣ ਪੰਜਾਬ ਦੇ ਵਿੱਚ ਅਪਰਾਧ ਹੈ ਜਿਹੜਾ ਉਹ ਬਹੁਤ ਵਧਿਆ ਹੈ ਤੇ ਸੂਬੇ ਦੇ ਗ੍ਰਹਿ ਮੰਤਰਾਲੇ ਦੇ ਉੱਤੇ ਸਾਰੀ ਜਿਹੜੀ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਗ੍ਰਹਿ ਮੰਤਰਾਲਾ ਕੈਪਟਨ ਸਾਹਿਬ ਦੇ ਕੋਲ ਹੈ। ਕੈਪਟਨ ਸਾਹਿਬ ਦੀ ਜਵਾਬਦੇਹੀ ਬਣਦੀ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਤੁਰੰਤ ਗ੍ਰਹਿ ਮੰਤਰੀ ਦੇ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਕਿਸੇ ਹੋਰ ਯੋਗ ਲੀਡਰ ਨੂੰ ਇਹ ਗ੍ਰਹਿ ਮੰਤਰਾਲਾ ਸੌਂਪਣਾ ਚਾਹੀਦਾ ਹੈ।
ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ ਮੁਜ਼ੱਫਰਨਗਰ ਰੈਲੀ ਦੀ ਸਫਲਤਾ ਦੇ ਲਈ। ਕਿਹਾ ਕਿ ਇਤਿਹਾਸਿਕ ਰੈਲੀ ਹੈ, ਕਿਸਾਨ ਵਧਾਈ ਦੇ ਹੱਕਦਾਰ ਹਨ। ਨਾਲ ਹੀ ਜਿਹੜਾ ਹੈਗਾ ਸੱਦਾ ਦਿੱਤਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿ ਕਿਸਾਨਾਂ ਦੇ ਝੰਡੇ ਥੱਲੇ ਇਕੱਠੇ ਹੋ ਕੇ ਸਾਨੂੰ ਇਕਜੁੱਟਤਾ ਦਿਖਾਉਣ ਦੀ ਲੋੜ ਹੈ, ਨਾ ਕਿ ਕੱਲੇ-ਕੱਲੇ ਉਹਨਾਂ ਦੇ ਨਾਲ ਜਾਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਫਿਲਹਾਲ ਕਿਸਾਨਾਂ ਦੇ ਕਹਿਣ ਤੇ ਰੋਕ ਦਿੱਤੇ ਨੇ ਕਿਉਂਕਿ ਕੁਝ ਸ਼ਰਾਰਤੀ ਲੋਕ ਨੇ ਜਿਹੜੇ ਉਹ ਸੂਬੇ ਦਾ ਮਾਹੌਲ ਵਿਗਾੜਨਾ ਚਾਹੁੰਦੇ ਨੇ। ਹਰਿਆਣਾ ਤੇ ਨਿਸ਼ਾਨਾ ਦੱਸਦਿਆਂ ਕਿਹਾ ਹੈ ਕਿ ਸਰਕਾਰ ਨੇ ਹਾਲੇ ਤੱਕ ਕਿਸਾਨਾਂ ਦਾ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਐਸਡੀਐਮ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਹਰਜੀਤ ਗਰੇਵਾਲ ਨੂੰ ਕਿਹਾ ਕਿ ਮਾਫੀ ਮੰਗਣੀ ਚਾਹੀਦੀ ਹੈ। ਮਹਿਲਾ ਪੱਤਰਕਾਰ ਦੇ ਲਈ ਵਰਤੀ ਗਈ ਭੈੜੀ ਸ਼ਬਦਾਵਲੀ ਦੇ ਲਈ ਹਰਜੀਤ ਗਰੇਵਾਲ ਮਾਫੀ ਮੰਗੇ ਤੇ ਇਹ ਵੀ ਦਾਅਵਾ ਕੀਤਾ ਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਹਰ ਸੱਦੇ ਨੂੰ ਕਬੂਲਿਆ ਹੈ। ਜਿਹੜੇ ਵੀ ਐਲਾਨ ਦਿੱਤੇ ਜਾਂਦੇ ਨੇ ਕਿਸਾਨਾਂ ਦੇ ਵੱਲੋਂ ਅਸੀਂ ਹਮੇਸ਼ਾ ਉਹਨਾਂ ਦਾ ਸਾਥ ਦਿੰਦੇ ਹਾਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਖੇਤੀ ਕਾਨੂੰਨ ਰੱਦ ਹੋਣ। ਤੇ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਦਾ ਵੀ ਮਜੀਠੀਆ ਨੇ ਵਿਰੋਧ ਕੀਤਾ ਹੈ। ਕਿਹਾ ਕਿ ਬਹੁਤ ਮੰਦਭਾਗਾ ਹੈ ਕਿ ਇਤਿਹਾਸ ਦੀਆਂ ਯਾਦਾਂ ਨੂੰ ਮਿਟਾ ਦਿੱਤਾ ਗਿਆ ਹੈ, ਖੂਨ ਦੇ ਧੱਬਿਆਂ ਨੂੰ ਮਿਟਾ ਦਿੱਤਾ ਗਿਆ, ਰੰਗ ਬਰੰਗੀਆਂ ਲਾਈਟਾਂ ਲਾ ਦਿੱਤੀਆਂ ਗਈਆਂ ਨੇ ਜੋ ਕਿ ਬਹੁਤ ਸ਼ਰਮਨਾਕ ਹੈ। ਚੰਡੀਗੜ੍ਹ ਤੋਂ ਵੱਡੇ ਹਾਦਸੇ ਦੀ ਖਬਰ ਹੈ ਜਿੱਥੇ ਮਾਧਿਆ ਮਾਰਗ ਤੇ ਸੈਕਟਰ 28 ਦੇ ਨੇੜੇ ਆਰਬੀਆਈ ਦੀ ਕਰੰਸੀ ਲਿਜਾ ਰਹੇ 3 ਟਰਾਲੇ ਆਪਸ ਦੇ ਵਿੱਚ ਭਿੜ ਗਏ। ਹਾਦਸੇ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਸਣੇ 3 ਜਣਿਆਂ ਦੇ ਸੱਟਾਂ ਲੱਗੀਆਂ ਨੇ ਤੇ ਮਹਿਲਾ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੈ। ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਮਹਿਲਾ ਪੁਲਿਸ ਮੁਲਾਜ਼ਮ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਸੱਟਾਂ ਜ਼ਿਆਦਾ ਹੋਣ ਕਰਕੇ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਆਰਬੀਆਈ ਦੀ ਕਰੰਸੀ ਆਈ ਸੀ ਜਿਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ 5 ਟਰਾਲੇ ਰੇਲਵੇ ਸਟੇਸ਼ਨ ਤੋਂ ਸੈਕਟਰ 17 ਆਰਬੀਆਈ ਲਿਜਾ ਰਹੇ ਸੀ। ਜਦੋਂ ਮੱਧਿਆ ਮਾਰਗ ਤੇ ਸੈਕਟਰ 28 ਦੇ ਨੇੜੇ ਪਹੁੰਚੇ ਤਾਂ ਇੱਕ ਗੱਡੀ ਨੇ ਬ੍ਰੇਕ ਮਾਰ ਦਿੱਤੀ। ਕਰੰਸੀ ਵਾਲੇ 3 ਟਰਾਲੇ ਆਪਸ ਦੇ ਵਿੱਚ ਭਿੜ ਗਏ। ਚੰਡੀਗੜ੍ਹ ਪੁਲਿਸ ਜਿਹੜੀ ਹੈਗੀ ਆ ਉਹ ਇਹਨਾਂ ਟਰਾਲਿਆਂ ਦੇ ਆਲੇ ਦੁਆਲੇ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕਰ ਦਿੱਤੀ ਗਈ। ਪਟਿਆਲਾ ਦੇ ਵਿੱਚ ਸਰਕਾਰੀ ਕਾਲਜ ਬਚਾਓ ਮੰਚ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਯਾਨੀ ਕਿ PhD ਸਕਾਲਰਸ ਦੇ ਵੱਲੋਂ ਅਤੇ ਸਹਾਇਕ ਪ੍ਰੋਫੈਸਰਾਂ ਦੀ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੇ ਲਗਭਗ ਪਿਛਲੇ 25 ਸਾਲ ਤੋਂ ਸਰਕਾਰੀ ਕਾਲਜਾਂ ਦੇ ਵਿੱਚ ਬੰਦ ਪਈ ਪੱਕੀ ਭਰਤੀ ਜਿਹੜੀ ਹੈ ਉਹਦੇ ਪੱਕੀ ਭਰਤੀ ਜਿਹੜੀ ਬੰਦ ਪਈ ਹੈ ਉਹਦੇ ਖਿਲਾਫ ਸਬਜ਼ੀ ਦੀ ਰੇਹੜੀ ਲਾ ਕੇ ਆਪਣੀਆਂ ਡਿਗਰੀਆਂ ਵੇਚ ਕੇ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨ ਦੌਰਾਨ ਸਰਕਾਰੀ ਕਾਲਜ ਬਚਾਓ ਮੰਚ ਦੇ ਮੈਂਬਰਾਂ ਤੇ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀਆਂ ਨੇ ਗਲਾਂ ਦੇ ਵਿੱਚ ਆਪਣੀ ਯੋਗਤਾ ਦੀਆਂ ਤਖਤੀਆਂ ਪਾ ਕੇ ਯੂਨੀਵਰਸਿਟੀ ਦੇ ਮੇਨ ਗੇਟ ਤੇ ਆਪਣਾ ਰੋਸ ਜਤਾਇਆ। ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਕਾਰਗੋ ਪ੍ਰਣਾਲੀ ਛੇਤੀ ਸ਼ੁਰੂ ਹੋ ਜਾਏਗੀ। ਕੇਂਦਰੀ ਮੰਤਰੀ ਨੇ ਲਿਖਤੀ ਰੂਪ ਦੇ ਵਿੱਚ ਇਸ ਦਾ ਐਲਾਨ ਕਰ ਦਿੱਤਾ ਹੈ। ਕਿਹਾ ਕਿ ਇਸ ਸਾਲ ਦੇ ਅੰਤ ਤੱਕ ਇਹ ਸਹੂਲਤ ਸ਼ੁਰੂ ਕਰ ਦਿੱਤੀ ਜਾਏਗੀ। CIAL ਯਾਨੀ ਕਿ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਜੇ ਭਾਰਦਵਾਜ ਨੇ ਕਿਹਾ ਕਿ ਕਾਰਗੋ ਕੰਪਲੈਕਸ ਨਵੰਬਰ 2021 ਦੇ ਪਹਿਲੇ ਹਫ਼ਤੇ ਵਿੱਚ ਸ਼ੁਰੂ ਹੋ ਜਾਏਗਾ ਤੇ ਇਸ ਐਲਾਨ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਸੁਪਨਾ ਲਿਆ ਸੀ ਉਹ ਪੂਰਾ ਹੋ ਗਿਆ। ਪੰਜਾਬ ਦੇ ਵਿੱਚ ਮੁਲਕਾਂ ਤੋਂ ਬਾਹਰਲੇ ਮੁਲਕਾਂ ਤੋਂ ਸਮਾਨ ਲਿਆਉਣਾ ਤੇ ਪੰਜਾਬ ਤੋਂ ਬਾਹਰਲੇ ਮੁਲਕਾਂ ਨੂੰ ਸਮਾਨ ਭੇਜਣਾ ਸਭ ਤੋਂ ਮਹਿੰਗਾ ਹੈ ਤੇ ਹੁਣ ਇਸ ਇਲਾਕੇ ਦੀ ਆਮਦਨ ਵਧੇਗੀ ਜਦੋਂ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੰਤਰਰਾਸ਼ਟਰੀ ਕਾਰਗੋ ਪ੍ਰਣਾਲੀ ਹੈ ਜਿਹੜੀ ਉਹ ਸ਼ੁਰੂ ਹੋ ਜਾਏਗੀ ਕਿਉਂਕਿ ਇਸ ਇਲਾਕੇ ਦੇ ਵਿੱਚ ਲੋਕਾਂ ਦੀਆਂ ਜ਼ਮੀਨਾਂ ਥੋੜੀਆਂ ਨੇ, ਖਿੱਤੇ ਵਿੱਚ ਕੋਈ ਵੀ ਸਮੁੰਦਰੀ ਬੰਦਰਗਾਹ ਨਹੀਂ ਹੈ। ਬਾਹਰ ਭੇਜਣ ਵਾਲਾ ਸਮਾਨ ਕਈ ਵਾਰੀ ਖਰਾਬ ਹੋ ਜਾਂਦਾ ਸੀ ਤੇ ਕਈ ਵਾਰੀ ਪਹੁੰਚਦਾ ਹੀ ਨਹੀਂ ਸੀ। ਜਰਖੜ ਖੇਡਾਂ ਦੇ ਨਾਲ ਜੁੜੀ ਹੋਈ ਖਬਰ ਹੈ। ਜੇਕਰ ਕਰੋਨਾ ਮਹਾਮਾਰੀ ਦੇ ਹਾਲਾਤ ਬਿਲਕੁਲ ਠੀਕ ਰਹੇ ਤਾਂ ਇਸ ਵਾਰੀ ਕਿਸਾਨ ਅੰਦੋਲਨ ਨੂੰ ਸਮਰਪਿਤ 35ਵੀਆਂ ਮਾਡਰਨ ਪੇਂਡੂ ਮਿੰਨੀ 올림픽ਸ ਜਰਖੜ ਖੇਡਾਂ 17, 18 ਤੇ 19 ਦਸੰਬਰ 2021 ਨੂੰ ਕਰਵਾਈਆਂ ਜਾਣਗੀਆਂ ਤੇ ਇਸ ਜਰਖੜ ਖੇਡਾਂ ਨੂੰ ਲੈ ਕੇ ਟਰਸਟ ਦੀ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਇਹ ਐਲਾਨ ਕੀਤਾ ਗਿਆ। ਕਬੱਡੀ ਤੇ ਹਾਕੀ ਦਾ ਵੱਡੇ ਪੱਧਰ ਤੇ ਮਹਾਕੁੰਭ ਕਰਵਾਇਆ ਜਾਏਗਾ ਇਹਨਾਂ ਜਰਖੜ ਖੇਡਾਂ ਦੇ ਵਿੱਚ ਜਿਨ੍ਹਾਂ ਨੂੰ ਮਿੰਨੀ 올림픽ਸ ਕਿਹਾ ਜਾਂਦਾ ਹੈ। ਇੱਕ ਫਿਲਮ ਨਵੀਂ ਆ ਰਹੀ ਹੈ ਉੱਚਾ ਪਿੰਡ। ਉਸ ਫਿਲਮ ਦੀ ਕੁੱਲ ਕਮਾਈ ਦੇ ਵਿੱਚੋਂ 5% ਦੀ ਰਾਸ਼ੀ ਹੈ ਜਿਹੜੀ ਉਹ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਦਿੱਤੀ ਜਾਏਗੀ। ਕਲਾਕਾਰਾਂ ਦੀ ਸੰਵੇਦਨਸ਼ੀਲਤਾ ਦਾ ਸਬੂਤ ਦੱਸਿਆ ਹੈ ਇਸ ਨੂੰ ਕਿਸਾਨ ਮੋਰਚੇ ਨੇ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਕਲਾਕਾਰਾਂ ਦੀ ਸੰਵੇਦਨਸ਼ੀਲਤਾ ਹੈਗੀ ਹੈ ਕਿਸਾਨ ਮੋਰਚੇ ਦੇ ਨਾਲ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਜੋ ਵੀ ਇਨਸਾਨ ਅੰਨ ਖਾਂਦਾ ਉਹਦਾ ਫਰਜ਼ ਬਣ ਜਾਂਦਾ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਦਿੱਲੀ ਬੈਠੇ ਅੰਦੋਲਨਕਾਰੀਆਂ ਦਾ ਸਾਥ ਦੇਵੇ। ਲਾਠੀਚਾਰਜ ਦੌਰਾਨ ਸ਼ਹੀਦ ਹੋਏ ਕਿਸਾਨ ਸਾਥੀ ਕਾਜਲ ਦੇ ਪਰਿਵਾਰ ਨੂੰ 1 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਉਹ ਇਸ ਫਿਲਮ ਦੇ ਜਿਹੜੇ ਬਣਾਉਣ ਵਾਲੇ ਹੈਗੇ ਨੇ ਉਹਨਾਂ ਵੱਲੋਂ ਦਿੱਤਾ ਜਾਏਗਾ। ਇਹ ਐਲਾਨ ਉੱਚਾ ਪਿੰਡ ਫਿਲਮ ਦੀ ਟੀਮ ਦੇ ਵੱਲੋਂ ਕੀਤਾ ਗਿਆ ਹੈ ਤੇ ਕਿਸਾਨ ਏਕਤਾ ਮੋਰਚਾ ਨੇ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ ਕਿਸਾਨਾਂ ਦੇ ਨਾਲ ਇਕਜੁੱਟਤਾ ਪ੍ਰਗਟਾਉਣ ਦੇ ਲਈ। ਕੇਰਲਾ ਦੇ ਵਿੱਚ ਇੱਕ ਮੌਤ ਹੈ ਜਿਹੜੀ ਨਿਪਾਹ ਵਾਇਰਸ ਦੇ ਨਾਲ ਹੋਈ ਸੀ ਜਿਹੜਾ ਕਿ ਚਮਗਿੱਦੜ ਤੋਂ ਫੈਲਦਾ ਹੈ ਤੇ ਹੁਣ ਕੇਰਲਾ ਤੋਂ ਜਿਹੜੀ ਹੋਰ ਖਤਰੇ ਦੀ ਖਬਰ ਆ ਰਹੀ ਹੈ
ਹੈ ਕਿ ਇੱਥੇ ਹੁਣ ਨਿਪਾਹ ਵਾਇਰਸ ਫੈਲਣ ਦਾ ਖਤਰਾ ਪੈਦਾ ਹੋ ਗਿਆ। ਕੋਜ਼ੀਕੋਡ ਤੋਂ ਕੁਝ ਦੂਰੀ ਤੇ ਮਾਵੂਰ ਦੇ ਵਿੱਚ 12 ਸਾਲਾ ਬੱਚੇ ਦੀ ਇਸ ਵਾਇਰਸ ਦੇ ਕਾਰਨ ਮੌਤ ਹੋਈ ਸੀ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਇੱਥੇ 20 ਜਣਿਆਂ ਨੂੰ ਇਸ ਲਾਗ ਦਾ ਖਤਰਾ ਹੈ ਜਿਹੜਾ ਉਹ ਵੱਧ ਗਿਆ ਸੀ। ਜਿਹੜੇ ਮਾਰੇ ਗਏ ਬੱਚੇ ਦੇ ਸੰਪਰਕ ਵਿੱਚ ਆਏ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਕੇਰਲਾ ਦੇ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਨਿਪਾਹ ਵਾਇਰਸ ਤੋਂ ਪੀੜਤ 2 ਜਣੇ ਸਿਹਤ ਕਰਮਚਾਰੀ ਵੀ ਨੇ ਤੇ ਉਹਨਾਂ ਦਾ ਵੀ ਇਲਾਜ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਤੋਂ ਖਬਰ ਹੈ ਜਿੱਥੇ ਡਾਕਟਰਾਂ ਨੂੰ ਆਰਐਸਐਸ ਦੇ ਬਾਨੀਆਂ ਦੀ ਜੀਵਨੀ ਪੜ੍ਹਾਈ ਜਾਏਗੀ। ਮੱਧ ਪ੍ਰਦੇਸ਼ ਵਿੱਚ ਆਰਐਸਐਸ ਦੇ ਬਾਨੀ ਡਾਕਟਰ ਕੇਸ਼ਵ ਬਲੀਰਾਮ ਹੈਡਗੇਵਾਰ ਅਤੇ ਜਨਸੰਘ ਦੇ ਬਾਨੀ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਵਿਚਾਰ ਹੁਣ ਐਮਬੀਬੀਐਸ ਦੇ ਵਿਦਿਆਰਥੀਆਂ ਨੂੰ ਪੜ੍ਹਾਏ ਜਾਣਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਹੋਏਗਾ। ਦਿਖਾਵੇ ਦੇ ਲਈ ਸਵਾਮੀ ਵਿਵੇਕਾਨੰਦ ਤੇ ਡਾਕਟਰ BR ਅੰਬੇਦਕਰ ਦੇ ਵਿਚਾਰ ਵੀ ਐਮਬੀਬੀਐਸ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਐਲਾਨ ਕੀਤਾ ਗਿਆ ਹੈ 1 ਮਹੀਨੇ ਦੇ ਲਈ ਫਾਊਂਡੇਸ਼ਨ ਕੋਰਸ ਦੇ ਦੌਰਾਨ। ਸੋ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਬਦਲ ਕੇ ਬੱਚਿਆਂ ਦੇ ਮਨਾਂ ਦੇ ਵਿੱਚ ਆਰਐਸਐਸ ਅਤੇ ਜਨਸੰਘ ਪ੍ਰਤੀ ਹਮਦਰਦੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਨਾਂ ਸੰਸਥਾਵਾਂ ਦੇ ਬਾਰੇ ਹੋਰ ਜਾਣਕਾਰੀ ਬੱਚਿਆਂ ਦੇ ਵਿੱਚ ਦੇਣ ਦੀ ਕੋਸ਼ਿਸ਼ ਜਿਹੜੀ ਪੂਰੀ ਕੀਤੀ ਜਾ ਰਹੀ ਹੈ। ਕਿਸਾਨ ਮੋਰਚੇ ਦੇ ਵੱਲੋਂ ਇੱਕ ਹੋਰ ਜਾਣਕਾਰੀ ਦਿੱਤੀ ਗਈ ਹੈ। 5 ਸਤੰਬਰ ਦੀ ਜਿਹੜੀ ਮੁਜ਼ੱਫਰਨਗਰ ਦੇ ਵਿੱਚ ਵੱਡੀ ਮਹਾਪੰਚਾਇਤ ਹੋਈ ਹੈ ਉਸ ਦੀ ਸਫਲਤਾ ਤੋਂ ਬਾਅਦ ਹੁਣ ਕਿਸਾਨਾਂ ਦੇ ਵੱਲੋਂ 28 ਸਤੰਬਰ ਨੂੰ ਛੱਤੀਸਗੜ੍ਹ ਦੇ ਵਿੱਚ ਕਿਸਾਨ ਮਹਾਪੰਚਾਇਤ ਦਾ ਆਯੋਜਨ ਹੈ ਜਿਹੜਾ ਉਹ ਕਿਸਾਨ ਮੋਰਚੇ ਦੇ ਵੱਲੋਂ ਕੀਤਾ ਜਾਏਗਾ ਤੇ ਜਿਹੜਾ ਹੈਗਾ 27 ਸਤੰਬਰ ਨੂੰ ਪੂਰਾ ਭਾਰਤ ਬੰਦ ਕਰਨ ਦਾ ਸੱਦਾ ਵੀ ਦਿੱਤਾ ਗਿਆ। ਉਸ ਤੋਂ ਪਹਿਲਾਂ 7 ਸਤੰਬਰ ਨੂੰ ਕਰਨਾਲ ਦੇ ਵਿੱਚ ਜਿਹੜਾ ਹੈਗਾ ਘਿਰਾਓ ਕਰਨ ਦਾ ਵੀ ਪ੍ਰੋਗਰਾਮ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਹੈ। ਅਫਗਾਨਿਸਤਾਨ ਸਮੇਤ ਪੂਰੀ ਦੁਨੀਆ ਦੇ ਨਾਲ ਜੁੜੀਆਂ ਕੁਝ ਅਹਿਮ ਅਪਡੇਟਸ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਅਪਡੇਟ ਹੈ ਉਹ ਤਾਲਿਬਾਨ ਅਤੇ ਪੰਜਸ਼ੀਰ ਘਾਟੀ ਦੇ ਵਿੱਚ ਜੋ ਲੜਾਈ ਚੱਲ ਰਹੀ ਹੈ ਵਿਰੋਧੀਆਂ ਦੇ ਨਾਲ ਉਸ ਦੇ ਨਾਲ ਜੁੜੀ ਹੋਈ ਹੈ। ਤਾਲਿਬਾਨੀ ਲੜਾਕਿਆਂ ਨੇ ਕਾਬੁਲ ਦੇ ਉੱਤਰ ਦੇ ਵਿੱਚ ਪੰਜਸ਼ੀਰ ਸੂਬੇ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਅੱਜ ਦਾਅਵਾ ਕੀਤਾ ਹੈ। ਪਿਛਲੇ ਮਹੀਨੇ 15 ਅਗਸਤ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੇ ਕਬਜ਼ੇ ਤੋਂ ਬਾਅਦ ਪੰਜਸ਼ੀਰ ਇੱਕੋ ਇੱਕ ਸੂਬਾ ਸੀ ਜਿਹੜਾ ਆਜ਼ਾਦ ਸੀ ਤੇ ਤਾਲਿਬਾਨੀਆਂ ਦੇ ਕਬਜ਼ੇ ਤੋਂ ਬਾਹਰ ਸੀ। ਇਸ ਇਲਾਕੇ ਦੇ ਵਿੱਚ ਮੌਜੂਦ ਕੁਝ ਚਸ਼ਮਦੀਦਾਂ ਨੇ ਵੀ ਕਿਹਾ ਹੈ ਕਿ ਹਜ਼ਾਰਾਂ ਤਾਲਿਬਾਨੀ ਲੜਾਕਿਆਂ ਨੇ ਪੰਜਸ਼ੀਰ ਦੇ 8 ਜ਼ਿਲ੍ਹਿਆਂ ਨੂੰ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੀ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਵੀ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਪੰਜਸ਼ੀਰ ਸੂਬੇ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਪ੍ਰੈਸ ਕਾਨਫਰੰਸ ਦੇ ਦੌਰਾਨ ਤਾਲਿਬਾਨੀ ਬੁਲਾਰੇ ਨੇ ਕਿਹਾ ਕਿ ਘਾਟੀ ਹੁਣ ਪੂਰੀ ਤਰ੍ਹਾਂ ਸਾਡੇ ਕਬਜ਼ੇ ਦੇ ਵਿੱਚ ਹੈ। ਤਾਲਿਬਾਨ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਇੱਕ ਤਸਵੀਰ ਦੇ ਵਿੱਚ ਵੀ ਤਾਲਿਬਾਨੀ ਲੜਾਕੇ ਪੰਜਸ਼ੀਰ ਸੂਬੇ ਦੇ ਰਾਜਪਾਲ ਦੇ ਦਫ਼ਤਰ ਦੇ ਵਿੱਚ ਨਜ਼ਰ ਆ ਰਹੇ ਨੇ। ਜ਼ਬੀਹੁੱਲਾ ਮੁਜਾਹਿਦ ਨੇ ਵੀ ਐਲਾਨ ਕੀਤਾ ਕਿ ਜੋ ਲੋਕ ਪੰਜਸ਼ੀਰ ਤੇ ਪਹਿਲਾਂ ਕਬਜ਼ਾ ਕਰਕੇ ਬੈਠੇ ਸੀ ਉਹ ਹੁਣ ਗੁੰਮਸ਼ੁਦਾ ਨੇ। ਅਫਗਾਨਿਸਤਾਨ ਉਹਨਾਂ ਦਾ ਘਰ ਹੈ, ਜੇ ਉਹ ਚਾਹਣ ਤਾਂ ਵਾਪਸ ਆ ਸਕਦੇ ਨੇ। ਪੰਜਸ਼ੀਰ ਤੋਂ ਮਿਲੇ ਹਥਿਆਰ ਅਫਗਾਨਿਸਤਾਨ ਦੇ ਹਥਿਆਰਾਂ ਵਿੱਚ ਅਸੀਂ ਸ਼ਾਮਿਲ ਕਰਾਂਗੇ। ਆਪਣੀ ਪ੍ਰੈਸ ਕਾਨਫਰੰਸ ਦੌਰਾਨ ਤਾਲਿਬਾਨ ਨੇ ਇਹ ਵੀ ਦਾਅਵਾ ਕੀਤਾ ਕਿ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲਾ ਸਾਲੇ ਦੇਸ਼ ਛੱਡ ਕੇ ਭੱਜ ਗਏ ਨੇ। ਪੰਜਸ਼ੀਰ ਦੇ ਯੁੱਧ ਦੌਰਾਨ ਸਾਲੇ ਪੰਜਸ਼ੀਰ ਦੇ ਵਿੱਚ ਹੀ ਸਨ ਅਤੇ ਉਹ ਨੈਸ਼ਨਲ ਰੈਸਿਸਟੈਂਟ ਫੋਰਸ ਯਾਨੀ ਕਿ NRF ਦੇ ਨਾਲ ਲੜਾਈ ਲੜ ਰਹੇ ਸਨ। 1-2 ਦਿਨ ਪਹਿਲਾਂ ਉਹਨਾਂ ਨੇ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ ਮੈਂ ਇਸ ਵਕਤ ਪੰਜਸ਼ੀਰ ਦੇ ਵਿੱਚ ਹੀ ਹਾਂ, ਮੈਂ ਭੱਜਾਂਗਾ ਨਹੀਂ, ਮੁਲਕ ਛੱਡ ਕੇ ਨਹੀਂ ਜਾਵਾਂਗਾ। ਸੋ ਤਾਲਿਬਾਨ ਨੇ ਤਾਂ ਕਬਜ਼ੇ ਦਾ ਦਾਅਵਾ ਕਰ ਲਿਆ ਪਰ NRF ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਲੜਾਕੇ ਪੰਜਸ਼ੀਰਵਾਦੀ ਦੇ ਵਿੱਚ ਰਣਨੀਤਿਕ ਪੱਖੋਂ ਅਹਿਮ ਟਿਕਾਣਿਆਂ ਦੇ ਉੱਤੇ ਮੌਜੂਦ ਹਨ ਤੇ ਅਸੀਂ ਆਪਣੀ ਲੜਾਈ ਮੌਜੂਦ ਰੱਖਾਂਗੇ। ਸਵੇਰੇ NRF ਨੇ ਤਾਲਿਬਾਨ ਦੇ ਕਬਜ਼ੇ ਦੇ ਦਾਅਵਿਆਂ ਨੂੰ ਖਾਰਜ ਕੀਤਾ ਸੀ। NRF ਦੇ ਬੁਲਾਰੇ ਅਲੀ ਮਾਇਸਮ ਨੇ ਕਿਹਾ ਸੀ ਕਿ ਸੱਚ ਨਹੀਂ ਹੈ, ਤਾਲਿਬਾਨ ਨੇ ਪੰਜਸ਼ੀਰ ਉੱਤੇ ਕਬਜ਼ਾ ਨਹੀਂ ਕੀਤਾ, ਮੈਂ ਤਾਲਿਬਾਨ ਦੇ ਸਾਰੇ ਦਾਅਵਿਆਂ ਨੂੰ ਨਕਾਰਦਾ ਹਾਂ। ਟਵੀਟ ਕੀਤਾ ਸੀ ਇੰਗਲਿਸ਼ ਦੇ ਵਿੱਚ ਕਿ ਅਸੀਂ ਅਫਗਾਨਿਸਤਾਨ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਤਾਲਿਬਾਨ ਤੇ ਉਸਦੇ ਭਾਈਵਾਲਾਂ ਖਿਲਾਫ ਵੱਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਿਆਂ ਤੇ ਆਜ਼ਾਦੀ ਨਹੀਂ ਮਿਲ ਜਾਂਦੀ। ਪਰ ਉਸ ਤੋਂ ਬਾਅਦ ਜਿਹੜੇ ਟੱਕਰ ਲੈ ਰਹੇ ਨੇ ਤਾਲਿਬਾਨ ਦੇ ਨਾਲ ਨੈਸ਼ਨਲ ਰੈਸਿਸਟੈਂਸ ਫਰੰਟ ਆਫ ਅਫਗਾਨਿਸਤਾਨ ਦੇ ਨੌਜਵਾਨ ਲੀਡਰ ਅਹਿਮਦ ਮਸੂਦ ਉਹਨਾਂ ਨੇ ਤਾਜ਼ਾ ਟਵੀਟ ਕਰਕੇ ਕਿਹਾ ਹੈ ਕਿ ਮੈਂ ਸੁਰੱਖਿਅਤ ਹਾਂ ਤੇ ਮੇਰੀ ਫਿਕਰ ਨਾ ਕਰੋ। ਭਾਵੇਂ ਕਿ ਤਾਲਿਬਾਨ ਦੇ ਪੰਜਸ਼ੀਰ ਉੱਤੇ ਪਹਿਲੇ ਦਾਅਵੇ ਨੂੰ ਮਸੂਦ ਦੇ ਬੁਲਾਰੇ ਨੇ ਰੱਦ ਕੀਤਾ ਸੀ ਪਰ ਮਸੂਦ ਨੇ ਟਵੀਟ ਦੇ ਵਿੱਚ ਕੋਈ ਵੀ ਅਜਿਹਾ ਦਾਅਵੇ ਦਾ ਖਾਰਜ ਜਿਹੜਾ ਨਹੀਂ ਕੀਤਾ ਹੈ। ਇੰਨਾ ਕੁ ਜ਼ਰੂਰ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ। ਸੋ ਪੰਜਸ਼ੀਰ ਦੀ ਲੜਾਈ ਲੜ ਰਹੀਆਂ ਦੋਵੇਂ ਧਿਰਾਂ ਇੱਕ ਦੂਸਰੇ ਦੇ ਨੁਕਸਾਨ ਦਾ ਵੀ ਦਾਅਵਾ ਕਰ ਰਹੀਆਂ ਨੇ। NRF ਦੇ ਮੁਤਾਬਿਕ ਉਹਨਾਂ ਦੇ ਬੁਲਾਰੇ ਫਾਹਿਮ ਦਸਤੀ ਅਤੇ ਕਮਾਂਡਰ ਜਰਨੈਲ ਅਬਦੁਲ ਵਦੂਦ ਜ਼ਾਰਾ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ਨੇ। ਇਹ ਵੀ ਦਾਅਵਾ ਕੀਤਾ ਗਿਆ ਕਿ ਤਾਲਿਬਾਨੀ ਜਰਨੈਲ ਅਤੇ 13 ਅੰਗ ਰੱਖਿਅਕਾਂ ਦੀ ਵੀ ਮੌਤ ਹੋ ਗਈ ਹੈ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਆਉਂਦੀਆਂ ਸੀ ਕਿ ਤਾਲਿਬਾਨ ਦੇ 350 ਦੇ ਕਰੀਬ ਲੜਾਕੇ ਮਾਰੇ ਗਏ ਨੇ। ਤਾਲਿਬਾਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਦੱਸਿਆ ਕਿ
ਉਹਨਾਂ ਦੇ ਸੀਨੀਅਰ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਜਿਉਂਦੇ ਨੇ ਤੇ ਜਲਦ ਹੀ ਜਨਤਕ ਤੌਰ ਤੇ ਨਜ਼ਰ ਆਉਣਗੇ। ਇਹ ਸਵਾਲ ਲਗਾਤਾਰ ਦਰਅਸਲ ਉੱਠ ਰਹੇ ਸੀ ਕਿ ਤਾਲਿਬਾਨ ਦਾ ਮੁੱਖ ਲੀਡਰ ਅਖੁੰਦਜ਼ਾਦਾ ਹੈ ਕਿੱਥੇ ਤੇ ਜਨਤਕ ਰੂਪ ਦੇ ਵਿੱਚ ਉਹ ਸਾਹਮਣੇ ਕਿਉਂ ਨਹੀਂ ਆ ਰਹੇ। ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਤਾਲਿਬਾਨ ਨੇ ਜਵਾਬ ਦਿੱਤਾ ਹੈ ਤੇ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੀ ਸਰਕਾਰ ਆਖਿਰਕਾਰ ਕਦੋਂ ਬਣੇਗੀ, ਇਹ ਸਵਾਲ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਤਾਲਿਬਾਨ ਦੇ ਬੁਲਾਰੇ ਮੁਜਾਹਿਦ ਨੇ ਜਿਹੜੇ ਕੋਈ ਠੋਸ ਜਵਾਬ ਨਹੀਂ ਦੇ ਸਕੇ। ਉਹਨਾਂ ਨੇ ਸਿਰਫ ਇਸ ਵਾਅਦੇ ਨੂੰ ਦੁਹਰਾਇਆ ਕਿ ਸਾਡੀ ਜਿਹੜੀ ਸਰਕਾਰ ਹੈ ਇੱਕ ਸਾਂਝੀ ਤੇ ਸਮੂਹਿਕ ਸਰਕਾਰ ਹੋਵੇਗੀ, ਪਰ ਹੋਰ ਵੇਰਵੇ ਮੈਂ ਦੇ ਨਹੀਂ ਸਕਦਾ, ਇਹ ਉਹਨਾਂ ਨੇ ਅੱਜ ਕਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜ਼ਬੀਹੁੱਲਾ ਮੁਜਾਹਿਦ ਨੇ ਮੁਲਕ ਦੇ ਵਿੱਚ ਕੌਮਾਂਤਰੀ ਉਡਾਣਾਂ ਅਤੇ ਮਨੁੱਖੀ ਮਦਦ ਤੇ ਵੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਘਰੇਲੂ ਉਡਾਣਾਂ ਸ਼ੁਰੂ ਹੋ ਚੁੱਕੀਆਂ ਨੇ। ਤਾਲਿਬਾਨ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਕੌਮਾਂਤਰੀ ਉਡਾਣਾਂ ਨੇ ਜਿਹੜੀਆਂ ਉਹ ਅਫਗਾਨਿਸਤਾਨ ਤੋਂ ਖਾਸ ਕਰਕੇ ਕਾਬੁਲ ਤੋਂ ਸ਼ੁਰੂ ਹੋਣਗੀਆਂ। ਨਾਲ ਹੀ ਉਹਨਾਂ ਦੱਸਿਆ ਕਿ ਤੁਰਕੀ ਅਤੇ ਕਤਰ ਦੀਆਂ ਸਰਕਾਰਾਂ ਕਾਬੁਲ 에ਅਰਪੋਰਟ ਤੇ ਮੁੜ ਸੇਵਾਵਾਂ ਸ਼ੁਰੂ ਕਰਨ ਦੇ ਵਿੱਚ ਸਾਡੀ ਮਦਦ ਕਰ ਰਹੀਆਂ ਨੇ ਤੇ ਇਹ ਵੀ ਇਲਜ਼ਾਮ ਲਾਇਆ ਕਿ ਅਮਰੀਕਾ ਨੇ ਅਫਗਾਨਿਸਤਾਨ ਛੱਡਦੇ ਸਮੇਂ ਸਾਡੇ ਕਾਬੁਲ ਦੇ 에ਅਰਪੋਰਟ ਨੂੰ ਨੁਕਸਾਨ ਪਹੁੰਚਾਇਆ ਸੀ। ਹਾਲਾਂਕਿ ਅਮਰੀਕਾ ਨੇ ਇਸ ਤੇ ਹਾਲੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਸੀ ਖਬਰ ਪੜੇ ਜਾਣ ਤੱਕ। ਅਫਗਾਨਿਸਤਾਨ ਦੇ ਹਵਾਈ ਅੱਡਿਆਂ ਤੇ ਘਰੇਲੂ ਉਡਾਣਾਂ ਭਾਵੇਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਨੇ, ਪਰ ਦੇਸ਼ ਦੇ ਹਵਾਈ ਅੱਡਿਆਂ ਤੇ ਘੱਟੋ-ਘੱਟ 4 ਜਹਾਜ਼ ਅਜਿਹੇ ਨੇ ਜੋ ਸੈਂਕੜੇ ਲੋਕਾਂ ਨੂੰ ਇੱਥੋਂ ਉਡਾਣ ਭਰਨ ਦੇ ਲਈ ਤਿਆਰ ਨੇ, ਪਰ ਉਹਨਾਂ ਨੂੰ ਉੱਡਣ ਨਹੀਂ ਦਿੱਤਾ ਗਿਆ। ਯਾਨੀ ਕਿ 4 ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ। ਇੱਕ ਅਫਗਾਨੀ ਅਧਿਕਾਰੀ ਨੇ ਉੱਤਰੀ ਸ਼ਹਿਰ ਮਜ਼ਾਰੇ ਸ਼ਰੀਫ ਦੇ ਹਵਾਈ ਅੱਡੇ ਤੇ ਕਿਹਾ ਕਿ ਜਹਾਜ਼ ਵਿੱਚ ਸਵਾਰ ਅਫਗਾਨ ਲੋਕਾਂ ਵਿੱਚੋਂ ਬਹੁਤਿਆਂ ਕੋਲ ਪਾਸਪੋਰਟ ਤੇ ਵੀਜ਼ੇ ਨਹੀਂ ਹਨ, ਜਿਸ ਕਰਕੇ ਉਹ ਬਾਹਰ ਨਹੀਂ ਨਿਕਲ ਪਾ ਰਹੇ। ਹਾਲਾਂਕਿ ਅਮਰੀਕਾ ਵਿੱਚ ਸੰਸਦ ਦੀ ਵਿਸ਼ੇਸ਼ ਮਾਮਲਿਆਂ ਬਾਰੇ ਕਮੇਟੀ ਦੇ ਇੱਕ ਸਿਖਰਲੇ ਰਿਪਬਲਿਕਨ ਮੈਂਬਰ ਨੇ ਕਿਹਾ ਕਿ ਇਹਨਾਂ ਲੋਕਾਂ ਦੇ ਵਿੱਚ ਕੁਝ ਅਮਰੀਕੀ ਵੀ ਸ਼ਾਮਲ ਨੇ ਜੋ ਜਹਾਜ਼ਾਂ ਦੇ ਵਿੱਚ ਬੈਠੇ ਨੇ, ਪਰ ਤਾਲਿਬਾਨ ਉਹਨਾਂ ਨੂੰ ਉਡਾਣ ਭਰਨ ਤੋਂ ਰੋਕ ਰਿਹਾ ਹੈ ਤੇ ਉਹਨਾਂ ਨੂੰ ਬੰਦਕ ਬਣਾਇਆ ਹੋਇਆ। ਅਧਿਕਾਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਹਨਾਂ ਕੋਲੇ ਸੂਚਨਾ ਕਿੱਥੋਂ ਆਈ ਤੇ ਨਾ ਹੀ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਹੋਈ ਹੈ ਤੇ ਇਹ ਖਬਰ ਏਜੰਸੀਆਂ ਨੇ ਖਬਰ ਦਿੱਤੀ ਹੈ। ਅਮਰੀਕਾ ਦੇ ਇੱਕ ਸੈਨੇਟਰ ਨੇ ਭਵਿੱਖਬਾਣੀ ਕੀਤੀ ਹੈ ਕਿ ਅਮਰੀਕਾ ਵਾਪਸ ਅਫਗਾਨਿਸਤਾਨ ਜਾਏਗਾ। ਸੈਨੇਟਰ ਲਿੰਡਸੇ ਗ੍ਰੈਹਮ ਨੇ ਕਿਹਾ ਹੈ ਕਿ ਸਾਡਾ ਮੰਨਣਾ ਹੈ ਕਿ ਅਮਰੀਕੀ ਫੌਜੀ ਭਵਿੱਖ ਦੇ ਵਿੱਚ ਅਫਗਾਨਿਸਤਾਨ ਵਾਪਸ ਜ਼ਰੂਰ ਜਾਣਗੇ। ਹਾਰਟ ਟਾਕ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸਾਨੂੰ ਜਾਣਾ ਹੋਵੇਗਾ ਕਿਉਂਕਿ ਅੱਤਵਾਦ ਦਾ ਖਤਰਾ ਬਹੁਤ ਵੱਡਾ ਹੋਵੇਗਾ। ਉਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਵਾਪਸ ਅਲ-ਕਾਇਦਾ ਦੇ ਸਿਰ ਚੁੱਕਣ ਦਾ ਵੀ ਖਦਸ਼ਾ ਜਤਾਇਆ ਹੈ। ਲਿੰਡਸੇ ਨੇ ਕਿਹਾ ਕਿ ਇੱਥੇ ਟਰੰਪ ਦੀ ਗਲਤੀ ਹੈ ਜਾਂ ਬਾਈਡਨ ਦੀ ਗਲਤੀ ਹੈ, ਇਸ ਤੇ ਚਰਚਾ ਕਰਨ ਦੀ ਬਜਾਏ ਇਹ ਦੇਖਣਾ ਚਾਹੀਦਾ ਹੈ ਕਿ ਤਾਲਿਬਾਨ ਹਾਲੇ ਵੀ ਬਦਲਿਆ ਨਹੀਂ ਹੈ, ਉਹ ਉਹੀ ਹੈ ਜੋ ਪਹਿਲਾਂ ਹੁੰਦਾ ਸੀ ਤੇ ਉਹਦਾ ਆਧੁਨਿਕ ਸਮੇਂ ਦੇ ਨਾਲ ਅੱਜ ਦੇ ਸਮੇਂ ਦੇ ਨਾਲ ਕੋਈ ਮੇਲਜੋਲ ਹੀ ਨਹੀਂ ਹੈ। ਸਾਨੂੰ ਫਿਰ ਤੋਂ ਅਫਗਾਨਿਸਤਾਨ ਜਾਣਾ ਪਵੇਗਾ ਜਿਵੇਂ ਅਸੀਂ ਇਰਾਕ ਅਤੇ ਸੀਰੀਆ ਦੇ ਵਿੱਚ ਵਾਪਸ ਗਏ ਸੀ। ਸੰਯੁਕਤ ਅਰਬ ਅਮੀਰਾਤ ਯਾਨੀ ਕਿ UAE ਨੇ ਐਤਵਾਰ ਨੂੰ ਇੱਕ ਵੱਡੇ ਫੈਸਲੇ ਦੇ ਵਿੱਚ ਦੂਸਰੇ ਮੁਲਕਾਂ ਤੋਂ ਕੰਮ ਕਰਨ ਆਉਣ ਵਾਲੇ ਕਾਮਿਆਂ ਦੇ ਲਈ ਸਖਤ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਹੈ। ਇਹ ਇੱਕ ਵੱਡੀ ਖਬਰ ਹੈ ਕਿਉਂਕਿ ਬਹੁਤ ਸਾਰੇ ਲੋਕ ਭਾਰਤ ਤੋਂ ਵੀ UAE ਕੰਮ ਕਰਨ ਦੇ ਲਈ ਜਾਂਦੇ ਨੇ, ਰੁਜ਼ਗਾਰ ਦੇ ਲਈ ਜਾਂਦੇ ਨੇ ਤੇ UAE ਦੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਇੱਥੇ ਕੰਮ ਕਰਨ ਵਾਲੇ ਲੋਕ ਬਿਨਾਂ ਉਹਨਾਂ ਦੇ ਕੰਮ ਦੇਣ ਵਾਲੀਆਂ ਕੰਪਨੀਆਂ ਦੇ ਸਪਾਂਸਰ ਤੋਂ ਰਹਿ ਸਕਣਗੇ ਤੇ ਕੰਮ ਕਰ ਸਕਣਗੇ। ਯਾਨੀ ਕਿ ਕੰਪਨੀਆਂ ਜੇ ਸਪਾਂਸਰ ਰੱਦ ਵੀ ਕਰ ਦੇਣਗੀਆਂ ਫਿਰ ਵੀ ਉੱਥੇ ਆਪਣਾ ਕੰਮ ਲੱਭ ਸਕਦੇ ਨੇ। UAE ਦੇ ਵਿੱਚ ਦੂਸਰੇ ਮੁਲਕਾਂ ਦੇ ਲੋਕਾਂ ਨੂੰ ਇੱਕ ਸੀਮਿਤ ਸਮੇਂ ਦੇ ਲਈ ਹੀ ਪਹਿਲਾਂ ਵੀਜ਼ਾ ਮਿਲਦਾ ਸੀ, ਜਦਕਿ ਦੂਸਰੇ ਕਈ ਦੇਸ਼ਾਂ ਦੇ ਵਿੱਚ ਇੱਕ ਨਿਸ਼ਚਿਤ ਸਮੇਂ ਤੱਕ ਰਹਿਣ ਤੋਂ ਬਾਅਦ ਵਿਦੇਸ਼ੀ ਲੋਕਾਂ ਨੂੰ ਰੈਜ਼ੀਡੈਂਸੀ ਮਿਲ ਜਾਂਦੀ ਹੈ, ਜਿਸ ਨੂੰ ਲੰਬੇ ਸਮੇਂ ਦਾ ਵੀਜ਼ਾ ਸਮਝਿਆ ਜਾਂਦਾ ਹੈ। ਇਸ ਤੋਂ ਪਹਿਲਾਂ UAE ਨੇ ਆਪਣੇ ਮੁਲਕ ਦੇ ਵਿੱਚ ਰੈਜ਼ੀਡੈਂਸ ਦੇ ਦਰਜੇ ਨੂੰ ਪੂਰੀ ਤਰ੍ਹਾਂ ਦੇ ਨਾਲ ਨੌਕਰੀ ਦੇ ਨਾਲ ਜੋੜ ਕੇ ਰੱਖਿਆ ਸੀ, ਜਿਸ ਕਾਰਨ ਜੇ ਕਿਸੇ ਵਿਅਕਤੀ ਦੀ ਨੌਕਰੀ ਨਹੀਂ ਰਹਿੰਦੀ ਸੀ ਤਾਂ ਉਸ ਨੂੰ ਮੁਲਕ ਛੱਡਣਾ ਪੈਂਦਾ ਸੀ। ਤੇ ਹੁਣ ਨਿਯਮ ਜਦੋਂ ਬਦਲ ਦਿੱਤੇ ਗਏ ਨੇ ਤਾਂ ਨਾ ਕੇਵਲ ਵਿਦੇਸ਼ੀ ਲੋਕ ਉੱਥੇ ਬਿਨਾਂ ਕੰਪਨੀ ਦੇ ਸਪਾਂਸਰ ਕੀਤੇ ਰਹਿ ਸਕਦੇ ਨੇ, ਬਲਕਿ ਉਹਨਾਂ ਨੂੰ ਹੋਰ ਵੀ ਕਈ ਰਿਆਇਤਾਂ ਮਿਲਣਗੀਆਂ। ਇਹ ਰਿਆਇਤਾਂ ਕਿਹੜੀਆਂ ਨੇ ਉਹ ਵੀ ਦੱਸ ਦਿੰਦੇ ਆ। ਜੇ ਕਿਸੇ ਵੀ ਕਾਮੇ ਦੀ ਕਿਸੇ ਵੀ ਕਰਮਚਾਰੀ ਦੀ ਨੌਕਰੀ ਚਲੀ ਜਾਂਦੀ ਹੈ ਤਾਂ ਉਹ ਹੋਰ 3 ਮਹੀਨੇ ਉੱਥੇ ਰਹਿ ਕੇ ਆਪਣੀ ਨੌਕਰੀ ਲੱਭ ਸਕਦਾ ਹੈ, ਹੋਰ ਨੌਕਰੀ ਉਹ ਖੋਜ ਸਕਦਾ ਹੈ। ਉਸ ਤੋਂ ਬਾਅਦ ਅਗਲੀ ਰਿਆਇਤ ਹੈ ਕਿ ਉੱਥੇ ਰਹਿ ਰਹੇ ਵਿਦੇਸ਼ੀ ਨੇ ਜਿਹੜੇ ਉਹ ਆਪਣੇ ਮਾਤਾ ਪਿਤਾ ਅਤੇ 25 ਸਾਲ ਤੱਕ ਦੀ ਆਪਣੀ ਸੰਤਾਨ, ਆਪਣੇ ਬੱਚਿਆਂ ਦਾ ਵੀਜ਼ਾ ਵੀ ਸਪਾਂਸਰ ਕਰ ਸਕਦੇ ਨੇ ਕਿ ਆਪਣੀ ਫੈਮਿਲੀ ਨੂੰ ਉੱਥੇ ਬੁਲਾ ਸਕਦੇ ਨੇ। ਤੀਸਰੀ ਰਿਆਇਤ ਇਹ ਹੈ ਕਿ ਉੱਥੇ ਰਹਿ ਕੇ ਕੰਮ ਕਰਨ ਵਾਲੇ ਫ੍ਰੀਲਾਂਸਰ, ਵਿਧਵਾ ਜਾਂ ਫਿਰ ਤਲਾਕਸ਼ੁਦਾ ਲੋਕਾਂ ਦੇ ਲਈ ਵੀ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦਿੱਤੀ ਗਈ ਹੈ। UAE ਦੇ ਵਿਦੇਸ਼ੀ ਵਪਾਰ ਰਾਜ ਮੰਤਰੀ ਥਨੀ ਅਲ ਜੇਊਦੀ ਨੇ ਕਿਹਾ ਹੈ ਕਿ ਸਾਡਾ ਮੁਲਕ ਅਗਲੇ 50 ਸਾਲਾਂ ਦੀ ਅਰਥ ਵਿਵਸਥਾ ਤਿਆਰ ਕਰ ਰਿਹਾ ਹੈ। ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦਾ ਫੈਸਲਾ ਉਸੇ ਦੀ ਹੀ ਇੱਕ ਕੜੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਵਿਵਸਥਾ ਨੂੰ ਦੁਬਾਰਾ ਬਣਾਉਣਾ ਚਾਹੁੰਦੇ ਹਾਂ ਤਾਂ ਕਿ ਰੈਜ਼ੀਡੈਂਸੀ ਸਿਸਟਮ ਅਜਿਹਾ ਹੋਵੇ ਜਿਸ ਨਾਲ ਲੋਕ ਇੱਥੇ ਆਉਣ
ਆਉਣ ਦੇ ਲਈ ਆਕਰਸ਼ਿਤ ਹੋਣ ਪੂਰੀ ਦੁਨੀਆ ਤੋਂ ਅਤੇ ਉਹਨਾਂ ਨੂੰ ਅਜਿਹਾ ਲੱਗੇ ਕਿ UAE ਉਹਨਾਂ ਦਾ ਆਪਣਾ ਹੀ ਘਰ ਹੈ। UAE ਨੇ ਇਸ ਤੋਂ ਪਹਿਲਾਂ ਧਨਾੜ ਲੋਕਾਂ ਅਤੇ ਹੁਨਰਮੰਦ ਲੋਕਾਂ ਨੂੰ ਆਕਰਸ਼ਿਤ ਕਰਨ ਦੇ ਲਈ 2019 ਦੇ ਵਿੱਚ 10 ਸਾਲਾਂ ਦਾ 골ਡਨ ਵੀਜ਼ਾ ਦੇਣਾ ਵੀ ਸ਼ੁਰੂ ਕੀਤਾ ਸੀ। ਅਗਲੀ ਖਬਰ ਲੀਬੀਆ ਤੋਂ ਹੈ, ਜਿੱਥੋਂ ਦੇ ਸਾਬਕਾ ਸ਼ਾਸਕ ਮੁਅੰਮਰ ਗਦਾਫੀ ਦੇ ਤੀਜੇ ਬੇਟੇ ਨੂੰ ਰਾਜਧਾਨੀ ਤ੍ਰਿਪੋਲੀ ਦੀ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ, ਜਿੱਥੇ 2014 ਤੋਂ ਉਹ ਜੇਲ੍ਹ ਦੇ ਵਿੱਚ ਬੰਦ ਸਨ। ਸਾਦੀ ਗਦਾਫੀ ਲੀਬੀਆ ਸਪੈਸ਼ਲ ਫੋਰਸਿਸ ਦੇ ਕਮਾਂਡਰ ਸੀ, ਪਰ ਉਹਨਾਂ ਨੂੰ ਇਟਲੀ ਦੇ ਵਿੱਚ ਇੱਕ ਪ੍ਰੋਫੈਸ਼ਨਲ ਫੁੱਟਬਾਲ ਖਿਡਾਰੀ ਦੇ ਤੌਰ ਤੇ ਵੀ ਆਪਣਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਦੇਖਿਆ ਗਿਆ ਸੀ, ਜਿਸ ਦੀ ਚਰਚਾ ਵੀ ਖੂਬ ਹੋਈ ਸੀ। 2011 ਦੇ ਵਿੱਚ ਜਦੋਂ ਉਹਨਾਂ ਦੇ ਪਿਤਾ ਨੂੰ ਸੱਤਾ ਤੋਂ ਹਟਾਉਣ ਤੋਂ ਬਾਅਦ ਮਾਰ ਦਿੱਤਾ ਗਿਆ ਸੀ ਤਾਂ ਉਹ ਨੀਜਰ ਭੱਜ ਗਏ ਸੀ, ਪਰ ਉੱਥੋਂ ਉਹਨਾਂ ਨੂੰ ਲੀਬੀਆ ਭੇਜ ਦਿੱਤਾ ਗਿਆ ਸੀ। ਕਤਲ ਸਮੇਤ ਕਈ ਅਪਰਾਧ ਦੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਗਿਆ ਤੇ ਹੁਣ ਰਿਹਾਈ ਤੋਂ ਬਾਅਦ ਸਾਦੀ ਗਦਾਫੀ ਨੇ ਇੱਕ ਪ੍ਰਾਈਵੇਟ ਜਹਾਜ਼ ਲਿਆ ਤੇ ਇਸਤਾਂਬੁਲ ਉੱਡ ਗਏ। ਲੀਬੀਆ ਦੀ ਨੈਸ਼ਨਲ ਯੂਨਿਟੀ ਸਰਕਾਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਸਾਦੀ ਗਦਾਫੀ ਦੀ ਰਿਹਾਈ ਦੇ ਨਾਲ ਕੌਮੀ ਏਕਤਾ ਦੇ ਵਿੱਚ ਮਦਦ ਮਿਲੇਗੀ। ਲੀਬੀਆ ਦੇ ਜਿਹੜੇ ਲੀਡਰ ਗਦਾਫੀ ਦੇ 8 ਬੱਚੇ ਸੀ, ਉਹਨਾਂ ਵਿੱਚੋਂ ਜ਼ਿਆਦਾਤਰ ਬੱਚਿਆਂ ਨੇ ਉਸ ਰਾਜ ਦੇ ਵਿੱਚ ਗਦਾਫੀ ਦੇ ਰਾਜ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਇੱਕ ਪੁੱਤਰ ਮੁਤਸਿਮ ਨੂੰ ਵੀ 2011 ਦੇ ਵਿੱਚ ਉਹਨਾਂ ਦੇ ਪਿਤਾ ਦੇ ਸਮੇਂ ਹੀ ਮਾਰ ਮੁਕਾ ਦਿੱਤਾ ਗਿਆ ਸੀ, ਜਦੋਂ ਗਦਾਫੀ ਦਾ ਰਾਜ ਹੁੰਦਾ ਸੀ ਉਦੋਂ ਹੀ। 2 ਹੋਰ ਪੁੱਤਰ ਵਿਦਰੋਹ ਦੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਮਾਰੇ ਗਏ ਸੀ। ਗਦਾਫੀ ਦੇ ਉੱਤਰਾਧਿਕਾਰੀ ਮੰਨੇ ਜਾਣ ਵਾਲੇ ਉਸਦੇ ਬੇਟੇ ਸੈਫ ਅਲ ਇਸਲਾਮ 2017 ਦੇ ਵਿੱਚ ਰਿਹਾ ਕੀਤੇ ਜਾਣ ਤੋਂ ਬਾਅਦ ਲੀਬੀਆ ਦੇ ਵਿੱਚ ਹੀ ਰਹਿ ਰਹੇ ਨੇ। ਇੱਕ ਹੋਰ ਪੁੱਤਰ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਸ ਨੂੰ ਵੀ ਲਿਬਨਾਨ ਦੇ ਵਿੱਚ ਫੜਿਆ ਗਿਆ ਹੈ। ਕੁਝ ਵੱਡੀਆਂ ਖਬਰਾਂ ਪੂਰੇ ਭਾਰਤ ਤੋਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਉੱਤਰ ਪ੍ਰਦੇਸ਼ ਤੋਂ ਆ ਰਹੀ ਹੈ, ਜਿੱਥੇ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੂੰ ਖੂਨ ਚੂਸਣ ਵਾਲਾ ਰਾਖਸ਼ ਕਹਿਣ ਵਾਲੇ ਸਾਬਕਾ ਗਵਰਨਰ ਦੀ ਸ਼ਾਮਤ ਆ ਗਈ ਹੈ। ਦੇਸ਼ ਧਰੋਹ ਦਾ ਕੇਸ ਦਰਜ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਦੇ ਵੱਲੋਂ ਸੂਬੇ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੇ ਖਿਲਾਫ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਲਈ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ। बीजेपी लीडर आकाश कुमार सक्सेना ने कुरैशी के खिलाफ रामपुर जिले के सिविल लाइन्स पुलिस स्टेशन के शिकायत दर्ज करवाई सी। सक्सेना ने दावा किया कि कुरैशी ने समाजवादी पार्टी लीडर आजम खान की रिहायश उत्ते उन्हां दी पत्नी तजीन फातिमा दे नाल कीती मुलाकात दे विच योगी आदित्यनाथ सरकार के खिलाफ बहुत ही गलत टिप्पणियां कीतियां सी अते सूबा सरकार की तुलना खून पीण वाले शैतान दे नाल कीती सी, यानी कि खून चूसण वाले शैतान नाल कीती सी। कुरैशी की उम्र 81 साल की है, जो सीनियर कांग्रेस लीडर ने 2014 तो 2015 ਦੇ ਵਿੱਚ ਮਿਜ਼ੋਰਮ ਦੇ ਰਾਜਪਾਲ ਵਜੋਂ ਉਹਨਾਂ ਨੇ ਸੇਵਾਵਾਂ ਨਿਭਾਈਆਂ ਨੇ। ਕੁਝ ਸਮਾਂ यूपी ਦੇ ਰਾਜਪਾਲ ਵੀ ਰਹੇ ਨੇ ਤੇ ਹੁਣ ਦੇਸ਼ ਧਰੋਹੀ ਬਣਾ ਦਿੱਤੇ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੀ ਖੂਬ ਤਾਰੀਫ ਕੀਤੀ ਹੈ ਕਰੋਨਾ ਦੇ ਨਾਲ ਲੜਾਈ ਲੜਨ ਦੀ ਖਾਤਰ। ਮੋਦੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤ ਦੇ ਵਿੱਚ ਅੱਜ ਇੱਕ ਦਿਨ ਦੇ ਵਿੱਚ ਕਰੋਨਾ ਦੀ ਜਿੰਨੀ ਵੈਕਸੀਨ ਅੱਜ ਦੇ ਦੌਰ 'ਚ ਦਿੱਤੀ ਜਾ ਰਹੀ ਹੈ ਉਨੀ ਤਾਂ ਕਈ ਦੇਸ਼ਾਂ ਦੀ ਆਬਾਦੀ ਵੀ ਨਹੀਂ ਹੈ। ਯਾਨੀ ਕਿ ਇੱਕ ਜਿਹੜਾ ਵੱਡਾ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸਾਡੇ ਮੁਲਕ ਦੇ ਵਿੱਚ ਵੈਕਸੀਨੇਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿਹਤ ਕਰਮੀਆਂ ਅਤੇ ਟੀਕਾ ਲੈਣ ਵਾਲਿਆਂ ਦੇ ਨਾਲ ਇੱਕ ਵਾਰਤਾਲਾਪ ਕੀਤੀ। ਉਹਦੇ ਵਿੱਚ ਭਾਰਤ ਦੀ ਟੀਕਾਕਰਨ ਮੁਹਿੰਮ ਦੀ ਕਾਫੀ ਸ਼ਲਾਘਾ ਕੀਤੀ। ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਨੂੰ ਚੈਂਪੀਅਨ ਦੱਸਿਆ ਹੈ ਕਰੋਨਾ ਦੀ ਲੜਾਈ ਦੇ ਵਿੱਚ। बिहार तो एक हैरान करने वाली खबर सामने आई है। पूर्वी चंपारण तो इत्थे पिछले 10 दिनों के विच इक्को परिवार के 5 लोगों की मौत हो चुकी है। मृतकों के विच 4 बच्चे शामिल ने। मामला जिला मुख दफ्तर मोतीहारी तो लगभग 8 किलोमीटर दूर सिरसा पिंड विच सामने आया है। इक्को परिवार के 5 लोगों की मौत कारण पिंड वासियों के विच डर ते दहशत का माहौल है जिहड़ा ओह बनिया होया है। परिवार के मुखी राकेश प्रसाद के दसन के मुताबिक 11 साल के बच्चे अंकुश कुमार की 26 अगस्त को मौत हुई सी। उस तो बाद 28 साल फिर 10 साल के जिहड़े 2 जने ने उन्हां दी 1 सितंबर को मौत हो गई। उस तो बाद 14 साल की बच्ची और 4 साल के बच्चे की 3 सितंबर को मौत हुई, यानी कि 5 मौतां हो गईयां। मरण तो पहला इन्हां ने ढिड दुखण की शिकायत की सी, मूँह विचों झग भी निकल रही सी। जिला सेहत विभाग नूं भी हाले तक मौत के कारणों का पता नहीं लग सकिया। इस दरम्यान इन्हां मौतां तो डरे हुए सहमे हुए लोकां ने पिंड वासियां ने शनिवार नूं रोड जाम कर दिता ते जिला प्रशासन दे प्रति अपना गुस्सा ते नाराजगी है जिहड़ी ओह जाहिर कीती। एमरजेंसी बुलेटिन देखने वाले सारे दर्शकों का धन्यवाद।